ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਤ ਸੰਗਤ ਦੀ ਸਨਕੜੀ ਬਖਸ਼ੀ ਤੇ ਹੁਣ ਅਸੀਂ ਸਾਸ ਗ੍ਰਾਸ ਸਿਮਰਨ ਕਰਕੇ ਹਟੇ ਹਾਂ। ਸਿਮਰਨ ਦਾ ਮਕਸਦ ਇਹੀ ਆ ਕਿ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ ਚੌਥੇ ਪਦ ਵਿੱਚ ਜਾਈਏ, ਜਿੱਥੇ ਸਾਡਾ ਮਨ ਅਚਿੰਤ ਅਵਸਥਾ ਦੇ ਵਿੱਚ ਚਲੇ ਜਾਏ। ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ ਕਿ ਅਚਿੰਤ ਅਵਸਥਾ ਉਹ ਅਵਸਥਾ ਆ ਜਿੱਥੇ ਅਸੀਂ ਫੁਰਨਿਆਂ ਤੋਂ ਰਹਿਤ ਹੋ ਜਾਂਦੇ ਹਾਂ, ਜਿੱਥੇ ਅੰਦਰ ਸਾਡੇ ਸ਼ਬਦ ਵੀ ਪ੍ਰਗਟ ਹੁੰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਅਚਿੰਤ ਹਮਾਰਾ ਅਨਹਤ ਵਾਜੈ, ਅਚਿੰਤ ਹਮਾਰਾ ਗੋਬਿੰਦ ਗਾਜੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਿਮਰਨ ਕਰਕੇ ਕਿ ਅਸੀਂ ਅਚਿੰਤ ਅਵਸਥਾ ਦੇ ਵਿੱਚ ਚਲੇ ਜਾਈਏ, ਜਿੱਥੇ ਫੁਰਨਿਆਂ ਤੋਂ ਰਹਿਤ ਹੋ ਜਾਂਦੇ ਆ, ਅੰਦਰ ਫਿਰ ਸਾਨੂੰ ਅਨਹਦ ਸ਼ਬਦ ਸੁਣ। ਉੱਥੇ ਸਾਡੀ ਜਿਹੜੀ ਬੁੱਧ ਆ ਉਹ ਹੁੰਦੀ ਆ ਵਿਵੇਕ। ਮਹਾਰਾਜ ਫਰਮਾਉਂਦੇ ਨੇ ਅਚਿੰਤੋ ਉਪਜਿਓ ਸਗਲ ਵਿਵੇਕਾ, ਕਿ ਹਰੇਕ ਤਰ੍ਹਾਂ ਦੀ ਵਿਵੇਕਤਾ ਸਾਨੂੰ ਪ੍ਰਾਪਤ ਹੁੰਦੀ ਆ ਅਚਿੰਤ ਅਵਸਥਾ ਦੇ ਵਿੱਚ ਜਾ ਕੇ। ਸੋ ਅੱਜ ਜੋ ਪੋਡਕਾਸਟ ਪ੍ਰੋਗਰਾਮ ਹੈ, ਜੋ ਹਰੇਕ ਸੰਡੇ ਅਸੀਂ ਕਰਦੇ ਹਾਂ, ਇਸ ਦੇ ਵਿੱਚ ਅਸੀਂ ਸਵਾਲ ਜਵਾਬ ਗੁਰਮਤਿ ਰਾਹੀਂ ਲੈਂਦੇ ਹਾਂ ਅਤੇ ਪਹਿਲਾਂ ਅਸੀਂ ਟੌਪਿਕ ਜਿਹੜੀ ਆ ਉਹ ਸੁਣਦੇ ਹਾਂ। ਅਤੇ ਅੱਜ ਦੀ ਜਿਹੜੀ ਟੌਪਿਕ ਹੈ ਇਸ ਪ੍ਰਥਾ ਇਹ ਆ ਕਿ ਅਸੀਂ ਜੀਵਨ ਦੇ ਵਿੱਚ ਕਿਵੇਂ ਆਪਣੀ ਵਿਵੇਕਤਾ ਜਿਹੜੀ ਆ ਹਾਸਲ ਕਰ ਸਕਦੇ ਹਾਂ ਅਤੇ ਕਿਵੇਂ ਅਸੀਂ ਵਿਚਰਨਾ ਹੈ ਸੰਸਾਰ ਵਿੱਚ। ਜਿਹੜੇ ਟੌਪਿਕ ਹੁੰਦੇ ਆ, ਕਈ ਵਾਰੀ ਕਿ ਕੁਛ ਸਮਾਜ ਵਿੱਚ ਐਸੇ ਹੁੰਦੀਆਂ ਗੱਲਾਂ ਜਿਸ ਦੁਆਰਾ ਅਸੀਂ ਫਿਰ ਗੁਰਬਾਣੀ ਰਾਹੀਂ ਅਸੀਂ ਆਪਣੇ ਗੁਰੂ ਦੀ ਗਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲੈ ਕੇ ਅਸੀਂ ਦੇਖਣਾ ਹੁੰਦਾ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਹੁਣ ਜੋ ਚੱਲ ਰਿਹਾ ਦੁਨੀਆ ਦੇ ਵਿੱਚ, ਜਿਵੇਂ ਜਿਹੜੀ 26 ਤਰੀਕ ਜਨਵਰੀ ਦਾ ਸੀ, ਉੱਥੇ ਗਣਤੰਤਰ ਦਿਵਸ ਸੀਗਾ ਇੰਡੀਆ ਦੇ ਵਿੱਚ, ਪਿਛਲੇ ਮੰਗਲਵਾਰ ਦੀ ਗੱਲ ਹੈ। ਸੋ ਉਹਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਨੌਜਵਾਨ ਲੋਕ ਆ, ਮਾਰਚ ਕੱਢਣਾ ਸੀ ਕਿਸਾਨਾਂ ਨੇ, ਜਿਹੜੇ ਨੌਜਵਾਨ ਲੋਕ ਆ ਯੰਗ ਬਲੱਡ, ਲਾਲ ਕਿਲ੍ਹੇ 'ਤੇ ਜਾ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਲਾਇਆ। ਹੁਣ ਇਹ ਅਸੀਂ ਗੱਲ ਤਾਂ ਕਰ ਰਹੇ ਹਾਂ ਕਿ ਕਹਿਣਗੇ ਕਿ ਜੀ ਤ੍ਰੈ ਗੁਣਾਂ ਦੀਆਂ ਗੱਲਾਂ ਆ, ਤ੍ਰੈ ਗੁਣਾਂ ਦੇ ਵਿੱਚੋਂ ਹੀ ਲੰਘ ਕੇ ਅਸੀਂ ਚੌਥੇ ਪਦ ਨੂੰ ਜਾਣਾ ਆ। ਅਸੀਂ ਜੋ ਦੁਨੀਆ ਦੇ ਵਿੱਚ ਦੇਖਦੇ ਹਾਂ, ਕਈ ਵਾਰੀ ਕਈ ਲੋਕ ਕਹਿ ਦਿੰਦੇ ਆ ਕਿ ਦੁਨੀਆ ਦੀ ਗੱਲ ਕਰਨੀ ਨਹੀਂ, ਕਈ ਕਹਿ ਦਿੰਦੇ ਆ ਕਿ ਦੁਨੀਆ ਜਿਹੜੀ ਆ ਉਹਦੀ ਕੋਈ ਗੱਲ ਕਰਦਾ ਹੀ ਨਹੀਂ। ਮਹਾਰਾਜ ਨੇ ਸਾਨੂੰ ਤ੍ਰਿਲੋਕੀ ਦਾ ਵੀ ਸਮਝਾਇਆ ਹੋਇਆ, ਚੌਥੇ ਪਦ ਦਾ ਵੀ ਸਾਨੂੰ ਗਿਆਨ ਦਿੱਤਾ ਹੋਇਆ। ਅਸੀਂ ਮਾਇਆ ਨੂੰ ਵੀ ਸਮਝਣਾ ਆ, ਪਰ ਆਪਣੇ ਮਨ ਨੂੰ ਫਿਰ ਮਾਇਆ ਤੋਂ ਰਹਿਤ ਵੀ ਕਰਨਾ ਹੈ। ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਤ੍ਰੈ ਗੁਣਾਂ ਦੇ ਵਿੱਚੋਂ ਹੀ ਬ੍ਰਹਮ ਦਾ ਗਿਆਨ ਵੱਲ ਨੂੰ ਅਸੀਂ ਨਿਕਲਦੇ ਹਾਂ। ਤ੍ਰੈ ਗੁਣਾਂ ਦੇ ਵਿੱਚੋਂ ਸਤਗੁਣ ਦਾ ਰਾਹ ਲੈ ਕੇ ਅਸੀਂ ਬ੍ਰਹਮ ਗਿਆਨ ਨੂੰ ਹਾਸਲ ਕਰਦੇ ਹਾਂ। ਸੋ ਗੱਲ ਸ਼ੁਰੂ ਤਾਂ ਹੁੰਦੀ ਤ੍ਰੈ ਗੁਣਾਂ ਦੇ ਵਿੱਚੋਂ, ਕਿਹੜੇ ਦੇਸ਼ ਦੇ ਵਿੱਚ ਅਸੀਂ ਆਏ ਹਾਂ, ਮਾਇਆ ਦੇ ਵਿੱਚ। ਅਤੇ ਹੁਣ ਸਾਨੂੰ ਮਹਾਰਾਜ ਨੇ ਇੱਕ ਗੱਲ ਦੱਸੀ ਹੋਈ ਹੈ ਕਿ ਸਾਡਾ ਇਹ ਮਨ ਜਿਹੜਾ ਆ, ਇਹ ਇਸ ਦੇਸ਼ ਦਾ, ਪਿੰਡ ਦਾ, ਇਸ ਸਰੀਰ ਦਾ ਰਾਜਾ ਆ, ਜਿਹਨੂੰ ਮਹਾਰਾਜ ਕਹਿੰਦੇ ਆ ਕਾਇਆ ਨਗਰੀ ਏ ਮਨ ਰਾਜਾ, ਪੰਚ ਵਸੇ ਵਿਚਾਰੀ, ਸ਼ਬਦ ਰਵੇ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ। ਕਿ ਸਾਡਾ ਜਿਹੜਾ ਮਨ ਆ ਇਸ ਕਾਇਆ ਦਾ, ਸਰੀਰ ਦਾ ਰਾਜਾ ਆ, ਅਤੇ ਇਹਨੂੰ ਸਲਾਹਕਾਰ ਦਿੱਤੇ ਹੋਏ ਆ ਜਿਹੜੇ ਸਾਡੇ ਪੰਜ ਗਿਆਨ ਇੰਦਰੀ ਆ, ਜੋ ਅਸੀਂ ਅੱਖਾਂ ਰਾਹੀਂ ਦੇਖਦੇ ਹਾਂ, ਕੰਨਾਂ ਰਾਹੀਂ ਸੁਣਦੇ ਹਾਂ, ਆਪਣੇ ਨੱਕ ਰਾਹੀਂ ਅਸੀਂ ਸੁੰਘਦੇ ਹਾਂ, ਰਸਨਾ ਦੁਆਰਾ ਸਵਾਦ ਲੈਂਦੇ ਹਾਂ, ਅਤੇ ਜਿਹੜਾ ਸਪਰਸ਼ ਹੁੰਦਾ ਆ। ਸੋ ਹੀਅਰਿੰਗ, ਸਾਈਟ, ਟੇਸਟ, ਸਮੈਲ ਐਂਡ ਟੱਚ। ਵੀ ਹੈਵ 5 ਸੈਂਸਸ, 5 ਸਾਡੇ ਗਿਆਨ ਇੰਦਰੀ ਆ, ਜਿਸ ਦੁਆਰਾ ਅਸੀਂ ਇਨਫੋਰਮੇਸ਼ਨ ਬਾਹਰੋਂ ਲੈਂਦੇ ਹਾਂ। ਇਹਨਾਂ ਨਾਲ ਸਲਾਹ ਕਰਕੇ ਮਨ ਨੇ ਹਮੇਸ਼ਾ ਹੀ ਸ਼ਬਦ ਦਾ ਅਭਿਆਸ ਕਰਕੇ ਕੋਈ ਫੈਸਲਾ ਲੈਣਾ ਹੁੰਦਾ, ਨਿਆਂ ਕਰਨਾ ਹੁੰਦਾ। ਅਦਲ ਕਹਿੰਦੇ ਆ ਨਿਆਂ ਕਰਨ ਨੂੰ। ਰਾਜਾ ਨੇ ਜਿਹੜਾ ਰਾਜ ਕਰਨਾ ਆ ਉਹ ਹਲੀਮੀ ਰਾਜ ਹੁੰਦਾ ਆ। ਹਲੀਮੀ ਰਾਜ ਕਰਨ ਵਾਸਤੇ ਸਾਨੂੰ ਸ਼ਬਦ ਨਾਲ ਅੰਤਰਗਤ ਜੁੜਨਾ ਪੈਂਦਾ, ਫਿਰ ਸਾਡਾ ਮਨ ਫੈਸਲਾ ਲੈਂਦਾ ਆ ਇਹਨਾਂ ਗਿਆਨ ਇੰਦਰੀਆਂ ਨਾਲ ਸਲਾਹ ਕਰਕੇ, ਸ਼ਬਦ ਨਾਲ ਜੁੜ ਕੇ ਸਹਿਜ ਵਿੱਚ ਬੈਠ ਕੇ ਕਿ ਕਿਹੜੀ ਚੀਜ਼ ਸਹੀ ਆ ਅਤੇ ਕੀ ਹੈ ਗਲਤ, ਕਿਸ ਗੱਲ ਨੂੰ ਚੁਣ ਕੇ ਨੁਕਸਾਨ ਹੋਊਗਾ, ਕਿਸ ਦੇ ਵਿੱਚ ਫਾਇਦਾ ਹੈ,
ਉਹ ਗੁਣਾਂ ਦਾ ਵਿਚਾਰ ਕਰਨੀ ਹੁੰਦੀ ਹੈ। ਅਦਲ ਕਰੇ ਗੁਣਕਾਰੀ, ਗੁਣਾਂ ਦੇ ਆਧਾਰ ਤੇ ਫਿਰ ਫੈਸਲਾ ਲੈਣਾ ਹੁੰਦਾ। ਹੁਣ ਜਦੋਂ ਕੋਈ ਵੀ ਜੀਵ ਇਸ ਸੰਸਾਰ ਵਿੱਚ ਹੋਸ਼ ਨਹੀਂ ਰੱਖਦਾ, ਜਜ਼ਬਾਤੀ ਹੁੰਦਾ ਆ, ਭਾਵਕ ਹੁੰਦਾ ਆ, ਉਹ ਇਮੋਸ਼ਨਲ ਹੋ ਕੇ ਜਿਹੜੇ ਅਸੀਂ ਜੀਵਨ ਵਿੱਚ ਡਿਸੀਜ਼ਨ ਲੈਂਦੇ ਹਾਂ, ਕੁਝ ਵੀ ਕਰਦੇ ਹਾਂ, ਕਈ ਵਾਰੀ ਉਹ ਸਾਡੇ ਲਈ ਨੁਕਸਾਨਦਾਈ ਹੁੰਦਾ ਆ, ਕਈ ਵਾਰੀ ਉਹਦੇ ਵਿੱਚੋਂ ਘਾਟਾ ਕੋਈ ਨਿਕਲ ਆਉਂਦਾ। ਹੁਣ ਮਹਾਰਾਜ ਨੇ ਸਾਨੂੰ ਕਿਹਾ ਕਿ ਮਨ ਜਿਹੜਾ ਹੈ ਸਹਿਜ ਵਿੱਚ ਜਾਏ, ਫੈਸਲਾ ਫੇਰ ਕਰੇ। ਅਤੇ ਜਦੋਂ ਅਸੀਂ ਸਹਿਜ ਵਿੱਚ ਜਾਂਦੇ ਹਾਂ, ਨਾਮ ਨਾਲ ਜੁੜਦੇ ਹਾਂ, ਚੌਥੇ ਪਦ ਵਿੱਚ ਸਾਡਾ ਮਨ ਜਿਹੜਾ ਆ ਪਹੁੰਚਦਾ ਆ, ਤਾਂ ਸਾਡਾ ਮਨ ਹੋ ਜਾਂਦਾ ਵਿਵੇਕ। ਵਿਵੇਕ ਬੁੱਧੀ ਦੁਆਰਾ ਅਸੀਂ ਇਸ ਜੀਵਨ ਨੂੰ ਗੁਜ਼ਾਰਨਾ ਆ। ਅਸੀਂ ਦੇਖਣਾ ਕਿ ਸਾਡੇ ਲਈ ਕੀ ਸਹੀ ਆ, ਕੀ ਗਲਤ ਆ। ਹੁਣ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾ ਦਿੱਤਾ ਕਿ ਅਚਿੰਤੋ ਉਪਜਿਓ ਸਗਲ ਵਿਵੇਕਾ, ਕਿ ਸਾਰੇ ਵਿਵੇਕ ਸਾਨੂੰ ਅਚਿੰਤ ਅਵਸਥਾ ਦੇ ਵਿੱਚ ਆਉਂਦੀ ਹੈ। ਮਹਾਰਾਜ ਕਹਿੰਦੇ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਕਿ ਗੁਰਮੁਖਾਂ ਦਾ ਜਿਹੜਾ ਗਿਆਨ ਆ ਉਹ ਵਿਵੇਕ ਬੁੱਧੀ ਵਾਲਾ ਆ। ਵਿਵੇਕਤਾ ਉਹਨਾਂ ਨੇ ਹਾਸਲ ਕੀਤੀ ਹੁੰਦੀ ਹੈ ਅਤੇ ਉਹਨਾਂ ਦੀ ਜਿਹੜੀ ਵਿਚਾਰ ਹੈ ਉਹ ਦੂਜੇ ਨਾਲ ਰਲਦੀ ਨਹੀਂ ਹੁੰਦੀ। ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ। ਜਿਹੜੇ ਵਿਵੇਕੀ ਹੁੰਦੇ ਆ ਉਹਨਾਂ ਦੀ ਵਿਚਾਰ ਅੱਡ ਹੁੰਦੀ ਆ ਸੰਸਾਰ ਨਾਲੋਂ। ਅਤੇ ਸਤਸੰਗਤ ਵਿੱਚੋਂ, ਸਤਸੰਗਤ ਜਿੱਥੇ ਨਾਮ ਦੀ ਵਿਆਖਿਆ ਹੁੰਦੀ, ਮਹਾਰਾਜ ਕਹਿੰਦੇ ਆ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਨਾਮ ਦੀ ਵਿਆਖਿਆ ਹੁੰਦੀ ਹੋਵੇ ਉਹਨੂੰ ਕਹਿੰਦੇ ਸਤਸੰਗਤ। ਸਤਸੰਗਤ ਦੇ ਵਿੱਚ ਉਸ ਨਾਮ ਦਾ ਜੋ ਹੁਕਮ ਹੈ ਪ੍ਰਮਾਤਮਾ ਦਾ, ਉਸ ਦਾ ਵਰਣਨ ਹੁੰਦਾ ਹੈ, ਉਸ ਦੀ ਵਿਆਖਿਆ ਹੁੰਦੀ ਆ। ਅਤੇ ਮਹਾਰਾਜ ਕਹਿੰਦੇ ਆ ਕਿ ਸਤਸੰਗਤ ਮਿਲ ਵਿਵੇਕ ਬੁੱਧ ਹੋਏ, ਪਾਰਸ ਪਰਸ ਲੋਹਾ ਕੰਚਨ ਸੋਏ। ਸਤਸੰਗਤ ਵਿੱਚ ਸਾਡੀ ਜਿਹੜੀ ਬੁੱਧ ਆ ਉਹ ਵਿਵੇਕ ਹੋ ਜਾਂਦੀ ਆ। ਜਦੋਂ ਲੋਹਾ ਪਾਰਸ ਨੂੰ ਛੂੰਹਦਾ ਆ ਤਾਂ ਉਹ ਸੋਨਾ ਬਣ ਜਾਂਦਾ ਆ। ਇੱਦਾਂ ਹੀ ਸਤਸੰਗਤ ਦੀ ਕਲਾ ਆ ਕਿ ਇਸ ਦੇ ਵਿੱਚ ਜੋ ਆਉਂਦਾ ਆ ਮਨ ਅਤੇ ਟਿਕਾਊ ਕਰਦਾ ਆ ਸਤਸੰਗਤ ਵਿੱਚ, ਵਿਚਾਰ ਗੁਰਬਾਣੀ ਦੀ ਸੁਣਦਾ ਆ, ਉਹਦੀ ਜਿਹੜੀ ਬੁੱਧ ਆ ਉਹ ਵਿਵੇਕ ਹੋ ਜਾਂਦੀ ਆ। ਉਹ ਮਨ ਜਿਹੜਾ ਆ ਵਿਵੇਕ ਬੁੱਧ ਵਾਲਾ ਹੋ ਜਾਂਦਾ ਆ। ਉਹ ਫਿਰ ਫੈਸਲੇ ਕਰਨ ਜੋਗਾ ਹੁੰਦਾ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਹੁਣ ਕੋਈ ਪੁੱਛ ਸਕਦਾ, ਕਹਿ ਸਕਦਾ ਕਿ ਇੱਥੇ ਮਹਾਰਾਜ ਨੇ ਕਿਹਾ ਹੈ ਕਿ ਸ਼ਬਦ ਰਵੇ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ, ਕਿ ਸ਼ਬਦ ਨਾਲ ਜੁੜ ਕੇ ਫਿਰ ਤੁਸੀਂ ਕੋਈ ਫੈਸਲਾ ਕਰਨਾ ਇਸ ਸੰਸਾਰ ਵਿੱਚ। ਹੁਣ ਜੇ ਕੋਈ ਅਸੀਂ ਫੈਸਲਾ ਕਰਨਾ ਹੈ, ਡਿਸੀਜ਼ਨ ਕਰਨੀ ਆ, ਕੋਈ ਇਸ ਮਨ ਰਾਜ ਨੇ ਨਿਆਏ ਕਰਨਾ ਆ ਇਸ ਜਗਤ ਵਿੱਚ, ਅਤੇ ਉਹ ਜੇ ਸ਼ਬਦ ਤੱਕ ਉਪੜਦਾ ਨਹੀਂ ਫਿਰ ਕੀ ਕਰੇ। ਉੱਥੇ ਜਵਾਬ ਇਹ ਆ ਕਿ ਕਮ ਸੇ ਕਮ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਫੁਰਨਿਆਂ ਵਿਚਾਰਾਂ ਤੋਂ ਉੱਪਰ ਤਾਂ ਉੱਠ ਸਕਦੇ ਆ ਨਾ। ਤੁਸੀਂ ਉਸ ਜਗ੍ਹਾ ਜਾਓ ਜਿੱਥੇ ਅਸੀਂ ਫੁਰਨਿਆਂ ਤੋਂ ਰਹਿਤ ਹੁੰਦੇ ਆ, ਸਹਿਜ ਵਿੱਚ ਆਓ। ਜਦੋਂ ਕੋਈ ਵੀ ਸਾਨੂੰ ਸ਼ਬਦ ਦੀ ਚੋਟ ਮਾਰ ਦਿੰਦਾ, ਜੇ ਸਾਨੂੰ ਕੋਈ ਵੱਧ ਘੱਟ ਬੋਲ ਦਿੰਦਾ ਆ, ਜਾਂ ਕੋਈ ਘਟਨਾ ਕਈ ਵਾਰੀ ਦੁਨੀਆ 'ਚ ਹੁੰਦੀ ਆ ਅਤੇ ਅਸੀਂ ਹੋ ਜਾਂਦੇ ਭਾਵਕ, ਜਜ਼ਬਾਤੀ ਹੋ ਜਾਂਦੇ ਆ, ਅਤੇ ਉਸ ਵੇਲੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਲਹਿਰਾਂ ਕਈ ਵਾਰੀ ਸਾਡੇ ਅੰਦਰ ਉਤਪੰਨ ਹੋ ਜਾਂਦੀਆਂ ਅਤੇ ਸਾਡਾ ਮਨ ਉਹਨਾਂ ਵਿੱਚ ਡੁੱਬ ਸਕਦਾ ਆ। ਜੇ ਉਸ ਵੇਲੇ ਇਹਨਾਂ ਦੇ ਪੰਜਾਂ ਦੂਤਾਂ ਦੇ ਅਸੀਂ ਵੱਸ ਪੈ ਚੁੱਕੇ ਹਾਂ, ਜਜ਼ਬਾਤੀ ਹੋ ਕੇ, ਭਾਵੁਕ ਹੋ ਕੇ, ਅਤੇ ਸਾਡਾ ਜਿਹੜਾ ਨੁਕਸਾਨ ਇਹ ਕਰ ਸਕਦੇ ਆ। ਜੇਕਰ ਅਸੀਂ ਆਪਣੇ ਮਨ ਨੂੰ ਥੋੜ੍ਹਾ ਜਿਹਾ ਠਹਿਰਾਓ ਬਖਸ਼ੀਏ, ਤ੍ਰੈਗੁਣਾ ਤੋਂ ਉੱਪਰ ਲਿਜਾਈਏ, ਜਿੱਥੇ ਅਸੀਂ ਅਫੁਰ ਹੋ ਜਾਂਦੇ ਹਾਂ, ਉੱਥੇ ਸਾਡੇ ਜਿਹੜੇ ਇਮੋਸ਼ਨਸ ਜਿਹੜੇ ਆ ਇਹ ਨੀਚੇ ਰਹਿ ਜਾਂਦੇ ਆ, ਵਿਚਾਰ ਜਿਹੜੇ ਨੀਚੇ ਰਹਿ ਜਾਂਦੇ ਆ, ਫਿਰ ਸਾਡਾ ਮਨ ਸਹੀ ਤਰ੍ਹਾਂ ਫੈਸਲਾ ਕਰ ਸਕਦਾ। ਤਾਂ ਹੀ ਅਭਿਆਸ ਕਰਨਾ ਜ਼ਰੂਰੀ ਆ। ਅਤੇ ਇਹ ਵੀ ਸੱਚ ਆ ਕਿ ਜਦੋਂ ਅਸੀਂ ਜੀਵ ਜਿਹੜੇ ਸੰਸਾਰ ਵਿੱਚ ਵਿਚਰਦੇ ਹਾਂ, ਜੇ ਭਗਤੀ ਤੋਂ ਹੀਣੇ ਆ, ਜਜ਼ਬਾਤੀ ਬਹੁਤ ਛੇਤੀ ਹੁੰਦੇ ਆ। ਤਾਂ ਹੀ ਕਈ ਵਾਰੀ ਕਿਹਾ ਜਾਂਦਾ ਕਿ ਜਦੋਂ ਅਸੀਂ ਅਭਿਆਸ ਵੀ ਕਰਦੇ, ਕਈ ਕਹਿ ਦਿੰਦੇ ਕਿ ਮੇਰੇ ਫੁਰਨੇ ਬਹੁਤ ਆਉਂਦੇ ਆ ਅਤੇ ਮੈਨੂੰ ਬੜਾ ਔਖਾ ਲੱਗਦਾ। ਅਸੀਂ ਜੇ ਆਪਣੀ ਇਮੋਸ਼ਨਲ ਅਟੈਚਮੈਂਟ ਇਹਨਾਂ ਫੁਰਨਿਆਂ ਨਾਲ, ਹੁਣ ਜਿਵੇਂ ਕਿ ਕੋਈ ਫੁਰਨਾ ਕਾਮ, ਕ੍ਰੋਧ, ਲੋਭ, ਹੰਕਾਰ ਲੈ ਕੇ ਆਉਂਦੇ ਆ, ਅਤੇ ਅਸੀਂ ਉਹ ਫੁਰਨਾ ਆਉਣ ਉਪਰੰਤ ਇਮੋਸ਼ਨਲ ਹੋ ਜਾਂਦੇ ਆ ਕਿ ਫੁਰਨਾ ਮੈਨੂੰ ਕਿਉਂ ਆਇਆ।
ਤੇ ਉਹ ਫਿਰ ਸਾਡਾ ਮਨ ਹੋ ਜਾਂਦਾ ਅਪਸੈਟ। ਜੇਕਰ ਅਸੀਂ ਆਪਣੇ ਫੁਰਨਿਆਂ ਨੂੰ ਇਗਨੋਰ ਕਰਦੇ ਹਾਂ, ਕੇਅਰ ਨਹੀਂ ਕਰਦੇ, ਸਾਨੂੰ ਪਤਾ ਹੈ ਕਿ ਇਹ ਪੰਜਾਂ ਦੂਤਾਂ ਨੇ ਵਿਚਾਰ ਲਿਆਉਣੇ ਆ, ਕਿਉਂਕਿ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੋਇਆ ਕਿ ਪੰਜ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾ ਇਹ ਪਸਾਰਾ, ਕਿ ਮਾਇਆ ਦੇ ਨਾਲ ਅਸੀਂ ਮੋਹ ਪਾ ਲਿਆ। ਇਹਨਾਂ ਨੇ ਵਿਚਾਰਾਂ ਦਾ ਪਸਾਰਾ ਖੜਾ ਕੀਤਾ ਹੋਇਆ ਪੰਜਾਂ ਦੂਤਾਂ ਨੇ। ਇਹਨਾਂ ਨੇ ਵਿਚਾਰ ਵਿਕਾਰਾਂ ਨੂੰ ਇਹਨਾਂ ਨੇ ਸਾਡੇ ਅੰਦਰ ਲਿਆਉਣਾ ਆ। ਅਸੀਂ ਇਹਨਾਂ ਨੂੰ ਇਗਨੋਰ ਕਰਦੇ, ਆਪਣਾ ਅਭਿਆਸ ਕਰੀ ਜਾਂਦੇ, ਗੁਰਮੰਤਰ ਨਾਲ ਸੁਰਤੀ ਜੋੜਦੇ ਹਾਂ ਜਾਂ ਨਾਮ ਨਾਲ ਸੁਰਤੀ ਜੋੜਦੇ ਹਾਂ, ਇਹਨਾਂ ਨੂੰ ਇਗਨੋਰ ਕਰੀ ਜਾਂਦੇ। ਸਾਡਾ ਜਿਹੜਾ ਮਨ ਆ ਫਿਰ ਇਹਨਾਂ ਦੀ ਚੁੰਗਲ ਵਿੱਚੋਂ ਨਿਕਲ ਜਾਂਦਾ। ਇਹ ਪੰਜ ਚੋਰ ਸਾਨੂੰ ਫਿਰ ਕੋਈ ਤੰਗੀ ਨਹੀਂ ਦੇ ਸਕਦੇ। ਇਹ ਫਿਰ ਜਿਹੜਾ ਇਹਨਾਂ ਦਾ ਬਲ ਆ ਘਟਦਾ ਜਾਂਦਾ ਅਤੇ ਫੁਰਨੇ ਫਿਰ ਸਾਡੇ ਖਤਮ ਹੋਣ ਲੱਗ ਪੈਂਦੇ ਆ। ਇੱਦਾਂ ਹੀ ਕੋਈ ਵੀ ਅਸੀਂ ਫੈਸਲਾ ਲੈਣਾ ਹੋਵੇ ਸੰਸਾਰ ਵਿੱਚ, ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣਾ ਵਿਵੇਕਤਾ ਜਿਹੜੀ ਆ ਉਹ ਹਾਸਲ ਕਰਕੇ ਕੋਈ ਫੈਸਲਾ ਲਈਏ। ਤਾਂ ਹੀ ਨਾਮ ਦੇ ਨਾਲ ਜੁੜਨਾ ਹਰੇਕ ਨੂੰ ਮਹਾਰਾਜ ਨੇ ਦੱਸਿਆ ਹੋਇਆ ਜ਼ਰੂਰੀ ਹੈ। ਬੁੱਧ ਸਾਡੀ ਵਿਵੇਕ ਹੋਣੀ ਚਾਹੀਦੀ ਹੈ, ਫਿਰ ਅਸੀਂ ਫੈਸਲੇ ਜਿਹੜੇ ਅਸੀਂ ਕਰ ਸਕਦੇ ਹਾਂ। ਅਤੇ ਜਦੋਂ ਵੀ ਕੋਈ ਗੁਣਾਂ ਦੀ ਵਿਚਾਰ ਹੁੰਦੀ ਹੈ, ਮਹਾਰਾਜ ਕਹਿੰਦੇ ਅਦਲ ਕਰੇ ਗੁਣਕਾਰੀ, ਕਿ ਗੁਣਾਂ ਦਾ ਵਿਚਾਰ ਕਰਕੇ ਤੁਸੀਂ ਫੈਸਲਾ, ਕੋਈ ਵੀ ਡਿਸੀਜਨ, ਨਿਆਂ ਰਾਜਨੇ ਨਿਆਂ ਜਿਹੜਾ ਆ ਉਹ ਕਰਨਾ ਹੈ। ਉਹਦੇ ਵਿੱਚ ਕਈ ਵਾਰੀ ਸਾਨੂੰ ਦੇਖਣਾ ਪੈਂਦਾ ਆ ਕਿ ਨਫਾ ਨੁਕਸਾਨ ਕੀ ਹੈ ਕਿਸ ਸਲਾਹ ਦਾ। ਹੁਣ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਲੈ ਲੈਂਦੇ ਹਾਂ ਕਿ ਦੋ ਰਾਹ ਆ, ਦੋਨਾਂ ਰਾਹ 'ਤੇ ਇੱਕ ਜੀਵ ਨੂੰ ਦੱਸਿਆ ਜਾਂਦਾ ਕਿ ਤੈਨੂੰ ਖਜ਼ਾਨਾ ਪ੍ਰਾਪਤ ਹੋਊਗਾ। ਸੱਜੇ ਪਾਸੇ ਵਾਲਾ ਰਾਹ ਜਿਹੜਾ ਆ ਉੱਥੇ ਖਜ਼ਾਨਾ ਜ਼ਿਆਦਾ ਭਰਪੂਰ ਆ, ਉੱਥੇ ਜ਼ਿਆਦਾ ਤੈਨੂੰ ਟਰੈਜਰ ਲੱਭੂਗਾ। ਖੱਬੇ ਪਾਸੇ ਦਾ ਜਿਹੜਾ ਰਾਹ ਆ ਉੱਥੇ ਅੱਧ ਕੀਮਤ ਦਾ ਖਜ਼ਾਨਾ ਤੈਨੂੰ ਮਿਲੂਗਾ। ਹੁਣ ਜਿਹੜਾ ਜੀਵ ਆ, ਜੇ ਫਰਜ਼ ਕੀਤਾ ਉਹ ਸਿਰਫ ਇਹ ਸੁਣ ਲੈ, ਉਹਨੂੰ ਪਤਾ ਲੱਗ ਜਾਂਦਾ ਕਿ ਉਹ ਸੱਜੇ ਪਾਸੇ ਮੈਂ ਜਾਂਦਾ ਹਾਂ ਅਤੇ ਇੱਧਰਲੇ ਪਾਸੇ ਮੈਨੂੰ ਜ਼ਿਆਦਾ ਪ੍ਰਾਪਤੀ ਹੋ ਜਾਣੀ ਹੈ, ਖੱਬੇ ਵਾਲੇ ਰਾਹ ਨੂੰ ਮੈਂ ਛੱਡ ਦਿੰਦਾ ਹਾਂ। ਅਤੇ ਹੋ ਸਕਦਾ ਕਿ ਉਹਨੇ ਜੇ ਪੂਰੀ ਤਰ੍ਹਾਂ ਵਿਚਾਰ ਨਹੀਂ ਕੀਤੀ ਅਤੇ ਉੱਥੇ ਕੋਈ ਰਾਹ 'ਤੇ ਰੁਕਾਵਟ ਹੋਵੇ। ਜਿਵੇਂ ਜੇ ਉਹ ਜੀਵ ਕਹਿ ਦੇਵੇ ਕਿ ਇਹ ਸੱਜੇ ਰਾਹ 'ਤੇ ਟੋਆ ਵੀ ਆ, ਟੋਏ 'ਚ ਤੂੰ ਡਿੱਗ ਜਾਣਾ ਹੈ ਅਤੇ ਤੂੰ ਉੱਪੜ ਹੀ ਨਹੀਂ ਹੋਣਾ ਖਜ਼ਾਨੇ ਤਾਈਂ। ਕਈ ਲੋਕ ਐਸੇ ਆ ਸੰਸਾਰ ਵਿੱਚ, ਉਹ ਕੋਈ ਬਿਜ਼ਨਸ ਡਿਸੀਜਨ ਕਰਨ ਲੱਗੇ ਹੁੰਦੇ ਜਾਂ ਕੁਛ ਵੀ ਕਰਦੇ ਹੁੰਦੇ ਆ, ਤ੍ਰੈਗੁਣਾਂ ਦੇ ਵਿੱਚ ਆ ਕੇ, ਰਜੋਗੁਣ 'ਤੇ ਆ ਕੇ, ਅਤੇ ਉਹ ਕਹਿ ਦਿੰਦੇ ਆ ਕਿ ਉਹ ਤੁਸੀਂ ਗੱਲ ਨਾ ਕਰੋ ਕਿ ਇੱਥੇ ਘਾਟ ਕੀ ਪੈ ਸਕਦੀ ਹੈ, ਤੁਸੀਂ ਸਿਰਫ ਗੁਣਾਂ ਦੀ ਗੱਲ ਕਰੋ। ਅਤੇ ਉਹ ਅਸੀਂ ਦੇਖਣਾ ਹੁੰਦਾ ਕਿ ਨਫਾ ਕੀ ਹੈ ਅਤੇ ਨੁਕਸਾਨ ਵੀ ਕੀ ਆ। ਜੇ ਸਾਨੂੰ ਪਤਾ ਲੱਗ ਜਾਏ ਕਿ ਇਸ ਰਾਹ 'ਤੇ ਚੱਲਦੇ ਹੋਏ ਸਾਡਾ ਨੁਕਸਾਨ ਕੋਈ ਹੋਣਾ ਆ, ਫਿਰ ਅਸੀਂ ਉਹ ਰਾਹ ਪਕੜੀਏ ਜਿੱਥੇ ਨੁਕਸਾਨ ਘੱਟ ਹੋਵੇਗਾ, ਜਿੱਥੇ ਸਾਨੂੰ ਫਾਇਦਾ ਜ਼ਿਆਦਾ ਹੈ। ਹੁਣ ਇੱਦਾਂ ਹੀ ਸਾਡਾ ਮਨ ਆਉਂਦਾ ਤ੍ਰੈਗੁਣਾਂ ਦੇ ਵਿੱਚ। ਤ੍ਰੈਗੁਣਾਂ ਦੇ ਵਿੱਚ ਆਉਂਦਾ ਆ ਰਜੋਗੁਣ, ਅਤੇ ਗੁਰਮੁਖ ਨੇ ਵੀ ਆਉਣਾ ਆ, ਮਨਮੁਖ ਨੇ ਵੀ ਆਉਣਾ ਆ। ਇੱਥੇ ਫਿਰ ਇਹਨੇ ਦੇਖਣਾ ਹੁੰਦਾ, ਜੇ ਇਹਨੂੰ ਗਿਆਨ ਆ ਕਿ ਧਾਤ ਦੇ ਰਸਤੇ 'ਤੇ ਜੇ ਮੈਂ ਚਲੇ ਗਿਆ ਅਤੇ ਇੱਧਰ ਨੁਕਸਾਨ ਹੀ ਨੁਕਸਾਨ ਆ, ਕਿ ਕਾਮ ਕ੍ਰੋਧ ਹੰਕਾਰ ਨੇ ਮੈਨੂੰ ਰਜੋਗੁਣ ਤੋਂ ਖਿੱਚ ਕੇ ਤਮੋਗੁਣ ਵੱਲ ਨੂੰ ਲਿਜਾਣਾ ਆ। ਜੇ ਉਹ ਗਿਆਨ ਰੱਖਦਾ ਹੈ ਜੀਵ ਮਨ ਵਿੱਚ ਵਸਾ ਕੇ ਗੁਰੂ ਦਾ, ਤਾਂ ਉਹ ਫਿਰ ਧਾਤ ਦੇ ਰਸਤੇ ਤੋਂ ਬਚਿਆ ਰਹਿੰਦਾ ਹੈ। ਦੋ ਹੀ ਮਾਰਗ ਆ ਸਾਡੇ। ਮਹਾਰਾਜ ਕਹਿੰਦੇ ਆ ਲਿਵ ਧਾਤ ਦਾ ਰਾਹ ਹੈ ਹੁਕਮੀ ਕਾਰ ਕਮਾਏ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਧਾਤ ਦਾ ਮਾਰਗ ਛੱਡ ਕੇ ਲਿਵ ਦਾ ਰਾਹ ਅਖਤਿਆਰ ਕਰਨਾ। ਲਿਵ ਦੇ ਰਾਹ 'ਤੇ ਸਾਨੂੰ ਕੋਈ ਨੁਕਸਾਨ ਨਹੀਂ। ਧਾਤ ਦੇ ਰਸਤੇ 'ਤੇ ਅਸੀਂ ਜੇ ਜਾਂਦੇ ਹਾਂ, ਹੁਣ ਚਾਰ ਪਦਾਰਥ ਆ, ਅਰਥ, ਧਰਮ, ਕਾਮ ਅਤੇ ਮੋਕਸ਼। ਅਰਥਚਾਰਾ ਲੈਣ ਲਈ ਸਾਰੇ ਆਉਂਦੇ ਆ ਜੀਵ ਸੰਸਾਰ ਵਿੱਚ। ਕਾਮ ਦਾ ਜਿਹੜਾ ਸੌਦਾ ਉਹ ਤਮੋ ਗੁਣ ਦਾ ਆ, ਉਹ ਗ੍ਰਸਤੀ ਜੀਵਨ ਲਈ ਆ। ਸਤੋ ਗੁਣ 'ਤੇ ਹੈ ਧਰਮ ਦਾ ਸੌਦਾ। ਫਿਰ ਜਿਹੜਾ ਚੌਥਾ ਆ ਉਹ ਹੈ ਮੋਖ, ਮੁਕਤੀ, ਅਮਰ ਪਦਵੀ, ਜੋ ਮੋਖ ਦਾ ਹੱਟ ਆ, ਜੋ ਚੌਥੇ ਪਦ ਵਿੱਚ ਸਾਨੂੰ ਪ੍ਰਾਪਤ ਹੁੰਦਾ। ਹੁਣ ਜਿਹੜਾ ਜੀਵ ਆ ਉਹਨੂੰ ਪਤਾ ਹੈ ਕਿ ਕਿਹੜੇ ਰਾਹ 'ਤੇ ਕਿਹੜੇ ਸਾਨੂੰ ਹੱਟ ਤੋਂ ਸੌਦਾ ਮਿਲਣਾ। ਜੇਕਰ ਉਹਨੇ ਗੁਰਬਾਣੀ ਦਾ ਗਿਆਨ ਰੱਖਿਆ ਹੋਇਆ ਹੈ, ਉਹਨੂੰ ਪਤਾ ਹੈ ਕਿ ਕੀ ਮੇਰੇ ਲਈ ਸਹੀ ਹੈ ਅਤੇ ਕੀ ਮੇਰੇ ਲਈ ਗਲਤ ਹੈ। ਉਹਨੂੰ ਆਪਣੀ ਬਾਊਂਡਰੀਜ਼ ਦਾ ਵੀ ਪਤਾ ਹੋਇਆ ਕਿ ਮੇਰਾ ਦਾਇਰਾ ਕਿੰਨਾ ਹੈ। ਮੈਂ ਜੇ ਜਾਣਾ ਆ, ਜੇ ਮੈਂ ਗ੍ਰਸਤੀ ਜੀਵਨ ਜੀ ਰਿਹਾ ਹਾਂ, ਤਮੋਗੁਣ 'ਤੇ ਜਾਂਦਾ ਹਾਂ ਅਤੇ ਮੈਂ ਇਸ ਕੰਮ ਲਈ ਜਾਣਾ ਅਤੇ ਬਸ, ਅਤੇ ਮੈਂ ਰਜੋਗੁਣ 'ਤੇ ਆ ਗਿਆ ਵਾਪਸ, ਮੁੜ ਕੇ ਮੈਂ ਆਪਣੇ ਘਰ ਨੂੰ ਜਾਣਾ, ਸਤੋਗੁਣ ਰਾਹੀਂ ਆਪਣੇ ਘਰ ਵਿੱਚ ਚਲੇ ਗਿਆ। ਮਹਾਰਾਜ ਨੇ ਸਾਨੂੰ ਮਰਿਆਦਾ ਦੇ ਵਿੱਚ ਬੰਨ੍ਹਿਆ ਹੋਇਆ। ਜਿਹੜਾ ਮਨਮੁਖ ਆ, ਉਹ ਆਪਣੀ ਮਰਿਆਦਾ ਦੇ ਵਿੱਚ ਚੱਲਦਾ ਆ। ਜਿਹੜਾ ਧਰਮ ਆ, ਉਹ ਆਪਣੀ ਮਰਿਆਦਾ ਦੇ ਵਿੱਚ ਚੱਲਦਾ ਆ। ਜਿਹੜਾ ਕਾਮ ਆ, ਉਹ ਆਪਣੀ ਮਰਿਆਦਾ ਦੇ ਵਿੱਚ ਚੱਲਦਾ ਆ। ਜਿਹੜਾ ਮੋਕਸ਼ ਆ, ਉਹ ਆਪਣੀ ਮਰਿਆਦਾ ਦੇ ਵਿੱਚ ਚੱਲਦਾ ਆ। ਜਿਹੜਾ ਮੋਕਸ਼ ਆ, ਉਹ ਆਪਣੀ ਮਰਿਆਦਾ ਦੇ ਵਿੱਚ ਚੱਲਦਾ ਆ। ਜਿਹੜਾ ਮਨਮੁਖ ਆ, ਜਿਹੜਾ
ਉਹਨੂੰ ਗੁਰੂ ਦਾ ਗਿਆਨ ਨਹੀਂ ਹੈ। ਉਹ ਧਾਤ ਦੇ ਰਸਤੇ ਤੇ ਚਲੇ ਜਾਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇੰਨਾ ਅਧੀਨ ਹੋ ਜਾਂਦਾ ਕਿ ਮੁੜ ਕੇ ਉਹਨੂੰ ਲਿਵਦਾ ਰਾਹ ਹੀ ਭੁੱਲ ਜਾਂਦਾ ਆ। ਤਾਂ ਹੀ ਜਿਹੜੇ ਗੁਰਮੁਖ ਜਾਣੇ ਆ, ਉਹਨਾਂ ਨੇ ਇਹ ਗਿਆਨ ਗੁਰੂ ਸਾਹਿਬ ਦਾ ਕਿ ਕੀ ਸਾਡੇ ਲਈ ਗਲਤ ਹੈ ਕੀ ਸਹੀ ਆ, ਉਹ ਅੰਦਰ ਧਾਰਨ ਕਰਨਾ। ਜਿਹੜੀ ਬੁੱਧ ਆ, ਵਿਵੇਕ ਆ, ਉਸ ਦੁਆਰਾ ਦੇਖਣਾ ਹੈ ਕਿ ਕੀ ਮੈਨੂੰ ਜੀਵਨ ਦੇ ਵਿੱਚ ਨਫਾ ਤੇ ਨੁਕਸਾਨ ਹੈ। ਕਿ ਜਿਵੇਂ ਕਿ ਫਰਜ਼ ਕੀਤਾ ਕੋਈ ਸਾਨੂੰ ਵੱਧ ਘੱਟ ਬੋਲ ਦਿੰਦਾ, ਅਸੀਂ ਕਿਵੇਂ ਉਹਨਾਂ ਨੂੰ ਰਿਸਪੌਂਡ ਕਰਨਾ ਆ, ਕਿਵੇਂ ਅਸੀਂ ਮੋਹਰਿਓਂ ਜਵਾਬ ਦੇਣਾ ਹੁੰਦਾ, ਜੇ ਦੇਣਾ ਹੀ ਆ ਕਿਵੇਂ ਅਸੀਂ ਬੋਲਣਾ ਆ, ਦਿਆਲ ਦੇ ਵਿੱਚ, ਨਿਮਰਤਾ ਦੇ ਵਿੱਚ, ਹਲੀਮੀ ਦੇ ਵਿੱਚ ਰਹਿ ਕੇ, ਕਿ ਅਗਲੇ ਦੇ ਮਨ ਨੂੰ ਠੰਡ ਪਹੁੰਚੇ। ਸਾਨੂੰ ਪਲ ਪਲ ਤੇ ਡਿਸੀਜਨ ਮੇਕ ਕਰਨੇ ਪੈਂਦੇ ਆ ਇਸ ਜੀਵਨ ਦੇ ਵਿੱਚ। ਕਈ ਵਾਰੀ ਕਈ ਲੋਕੀ ਭਾਵੁਕ ਹੋ ਜਾਂਦੇ ਆ, ਜੇ ਸਾਨੂੰ ਕੋਈ ਕੁਝ ਕਹਿ ਦਿੰਦਾ, ਫਰਜ਼ ਕੀਤਾ ਮੈਨੂੰ ਕੋਈ ਵੱਧ ਘੱਟ ਬੋਲ ਦੇਵੇ, ਤੇ ਮੈਂ ਮੋਹਰਿਓਂ ਜੇ ਗੁੱਸੇ ਦੇ ਵਿੱਚ ਆ ਗਿਆ, ਇਹਦਾ ਮਤਲਬ ਮੇਰਾ ਮਨ ਭਾਵੁਕ ਹੋ ਗਿਆ ਤੇ ਲੜਾਈ ਹੀ ਹੋਵੇਗੀ। ਇੱਦਾਂ ਹੀ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਝਗੜੇ ਸ਼ੁਰੂ ਹੁੰਦੇ ਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਕਰਾਉਂਦੇ ਆ। ਜੇ ਸਾਡੇ ਮਨ ਸੁੱਤੇ ਆ, ਫਿਰ ਇਹਨਾਂ ਪੰਜਾਂ ਦੂਤਾਂ ਨੇ ਐਸਾ ਹੀ ਕਰਨਾ ਹੈ। ਤਾਂ ਹੀ ਭਗਤ ਕਬੀਰ ਜੀ ਕਹਿੰਦੇ ਆ, ਕਹਿਤ ਕਬੀਰ ਪੰਜ ਕੋ ਝਗੜਾ, ਝਗੜਤ ਜਨਮ ਗਵਾਇਆ। ਹੁਣ ਜਵਾਨੀ ਦੇ ਵਿੱਚ ਜਿਹੜੇ ਲੋਕੀ ਇੱਥੇ ਯੰਗ ਬਲੱਡ ਆਇਆ ਹੁੰਦਾ, ਉਹ ਕਈ ਵਾਰੀ ਆਪਣੇ ਜਿਹੜੇ ਹੋਸ਼ ਆ ਉਹ ਗਵਾ ਬੈਠਦੇ ਆ, ਉਹ ਜੋਸ਼ ਦੇ ਵਿੱਚ ਜ਼ਿਆਦਾ ਛੇਤੀ ਆ ਜਾਂਦੇ ਆ। ਮੈਂ ਆਪਣੇ ਇੱਕ ਸਟੋਰੀ ਦੱਸ ਸਕਦਾ ਹਾਂ। ਮੈਨੂੰ ਲੱਗਦਾ 8ਵੀਂ 9ਵੀਂ 'ਚ ਪੜ੍ਹਦਾ ਸੀਗਾ, ਤੇ 8ਵੀਂ 9ਵੀਂ 'ਚ ਪੜ੍ਹਦਾ ਸੀਗਾ, ਤੇ ਮੇਰੇ ਸੋਸ਼ਲ ਸਟੱਡੀਜ਼ ਦੀ ਜਿਹੜੀ ਕਲਾਸ ਹੁੰਦੀ ਆ, ਪੰਜਾਬੀ 'ਚ ਪਤਾ ਨਹੀਂ ਸੋਸ਼ਲ ਸਟੱਡੀਜ਼, ਸਮਾਜਿਕ ਸਿੱਖਿਆ, ਅੱਛਾ ਚਲੋ, ਸੋਸ਼ਲ ਸਟੱਡੀਜ਼ ਦੇ ਵਿੱਚ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ ਰਸ਼ੀਅਨ ਜਿਹੜੀ ਰੈਵੋਲੂਸ਼ਨ ਹੋਈ ਸੀ, ਕ੍ਰਾਂਤੀ ਜਿਹੜੀ ਉੱਥੇ ਹੋਈ ਸੀ ਰਸ਼ੀਆ ਦੇ ਵਿੱਚ, ਉਹਦੇ ਪ੍ਰਥਾ ਕਿ ਕਿਵੇਂ ਰਾਜੇ ਨੂੰ ਉਹਨਾਂ ਨੇ ਓਵਰਥਰੋ ਕੀਤਾ ਲੋਕਾਂ ਨੇ, ਉਹ ਸਾਰਾ ਸਾਨੂੰ ਪੜ੍ਹਾਉਂਦੇ ਹੁੰਦੇ ਸੀ। ਤੇ ਮੈਂ ਕਿਉਂਕਿ ਸਿੱਖ ਇਤਿਹਾਸ ਪੜ੍ਹਿਆ, ਮਹਾਰਾਜ ਨੇ ਕਿਰਪਾ ਕੀਤੀ, ਸਾਡੇ ਮਾਤਾ ਪਿਤਾ ਨੇ ਸਾਨੂੰ ਇੱਧਰਲੇ ਪਾਸੇ ਲਾਇਆ, ਸਾਡੇ ਦਾਦਾ ਜੀ ਹੁਣ ਸਾਨੂੰ ਗੱਤਕਾ ਸਿਖਾਇਆ, ਤੇ ਇੱਦਾਂ ਸਾਨੂੰ ਸਿੱਖੀ ਵੱਲ ਨੂੰ ਤੋਰਿਆ। ਸਿੱਖ ਇਤਿਹਾਸ ਪੜ੍ਹਿਆ, ਤੇ ਉਹ ਜਿਹੜਾ ਮੇਰਾ ਟੀਚਰ ਸੀਗਾ, ਉਹ ਦੱਸੀ ਜਾਵੇ ਕਿ ਇਹ ਜਿਹੜੀ ਵਾਇਲੈਂਸ ਹੁੰਦੀ ਆ, ਲੜਨਾ ਜਿਹੜਾ ਹੁੰਦਾ ਆ, ਇਹ ਬਹੁਤ ਘਾਟੇ ਵਾਲੀ ਗੱਲ ਆ। ਤੇ ਉਹ ਦੱਸੀ ਜਾਵੇ ਕਿ ਗਾਂਧੀ ਦੇ ਜਿਹੜੇ ਨਿਯਮ ਆ ਉਹ ਦੱਸੀ ਜਾਵੇ ਕਿ ਕਿਵੇਂ ਤੁਸੀਂ ਕੋਈ ਪਟੀਸ਼ਨ ਜ਼ਾਹਿਰ ਕਰ ਸਕਦੇ ਆ, ਕਿਸ ਤਰੀਕੇ ਨਾਲ ਵਾਇਲੈਂਸ ਨੂੰ ਅਵੋਇਡ ਕਰਨਾ ਵਗੈਰਾ। ਤੇ ਹੁਣ ਮੈਂ ਉੱਥੇ ਬੈਠਾ ਸੋਚੀ ਜਾਵਾਂ, ਮੇਰੇ ਮਨ 'ਚ ਜੋਸ਼ ਚੜ੍ਹੀ ਜਾਵੇ ਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਆ ਕਿ ਅਖੀਰ ਤੇ ਕਿਰਪਾਨ ਕੱਢਣੀ ਜਾਇਜ਼ ਹੈ। ਤੇ ਮੈਂ ਕੀ ਕੀਤਾ, ਟੀਚਰ ਹੀ ਸੁਣਾਈ ਜਾਵੇ, ਤੇ ਮੈਂ ਥੋੜ੍ਹਾ ਜਿਹਾ ਅੱਕ ਗਿਆ ਕਲਾਸ ਦੇ ਵਿੱਚ। ਮੈਂ ਖੜਾ ਹੋ ਗਿਆ, ਆਪਣਾ ਜਿਹੜਾ ਮੁੱਕਾ ਆ ਮਾਰਿਆ ਡੈਸਕ ਦੇ ਉੱਤੇ ਜ਼ੋਰ ਨਾਲ, ਤੇ ਥੋੜ੍ਹਾ ਜਿਹਾ ਹੱਸ ਪਿਆ ਨਾਲ। ਮੈਂ ਕਿਹਾ ਕਿ ਜੇ ਕੋਈ ਵੀ ਹੀਲਾ ਵਸੀਲਾ ਨਾ ਚੱਲੇ, ਫਿਰ ਸਾਨੂੰ ਲੜਨਾ ਚਾਹੀਦਾ ਹੈ। ਉਹ ਟੀਚਰ ਥੋੜ੍ਹਾ ਜਿਹਾ ਹੈਰਾਨ ਹੋ ਗਿਆ ਕਿ ਕਾਕਾ ਕਿੱਥੋਂ ਉੱਠ ਕੇ ਖੜਾ ਹੋ ਗਿਆ, ਤੇ ਉਹ ਮੇਰੇ ਵੱਲ ਦੇਖਣ ਲੱਗ ਪਏ। ਹੁਣ ਜਿਹੜੇ ਬੱਚੇ ਹੁੰਦੇ ਆ, ਉਹ ਜੋਸ਼ ਦੇ ਵਿੱਚ ਬਹੁਤ ਛੇਤੀ ਆ ਜਾਂਦੇ। ਹੁਣ ਜੋ ਅਸੀਂ ਹਿਸਟਰੀ ਦੇ ਵਿੱਚ ਪੜ੍ਹਿਆ ਹੁੰਦਾ, ਕਿਵੇਂ ਸਿੰਘਾਂ ਨੇ ਲਾਲ ਕਿਲ੍ਹੇ ਨੂੰ ਫਤਿਹ ਕੀਤਾ, ਕਿਵੇਂ ਗੁਰਮੁਖਾਂ ਨੇ ਮੁਗਲਾਂ ਨੂੰ ਇੱਦਾਂ ਸੋਧਿਆ, ਤੇ ਉਹ ਅਸੀਂ ਇੱਦਾਂ ਵਾਰ-ਵਾਰ ਪੜ੍ਹਦੇ ਹਾਂ, ਪਰ ਕਿੱਥੇ ਉਹਨਾਂ ਨੇ ਸਲਾਹ ਕਿਉਂ ਲਈ ਉਹ ਨਹੀਂ ਇਤਿਹਾਸ ਦੇ ਵਿੱਚ ਦੱਸਿਆ ਹੁੰਦਾ। ਇਵੈਂਟਸ ਦੱਸੇ ਹੁੰਦੇ ਆ, ਪਰ ਗੁਰਮੁਖਾਂ ਨੇ ਵਿਵੇਕ ਬੁੱਧ ਦੁਆਰਾ ਕਿਵੇਂ ਸਲਾਹ ਕੀਤੀ ਉਹ ਬਹੁਤ ਘੱਟ ਕੋਈ ਦੱਸਦਾ ਹੈ। ਇੱਦਾਂ ਹੀ ਜਦੋਂ ਹੁਣ ਬਾਹਰਲੇ ਪਾਸੇ ਇੱਥੇ ਅਸੀਂ ਦੇਖਦੇ ਹਾਂ ਕਿ ਪਿਛਲੇ ਮੰਗਲਵਾਰ ਜਿਹੜੇ ਨੌਜਵਾਨ ਆ ਜੋਸ਼ ਵਿੱਚ ਆ ਕੇ ਉੱਥੇ ਨਿਸ਼ਾਨ ਸਾਹਿਬ ਲੈ ਗਏ। ਜੋਸ਼ ਦੇ ਵਿੱਚ ਹੋਸ਼ ਰੱਖਣਾ ਜ਼ਰੂਰੀ ਆ। ਹੁਣ ਜਦੋਂ ਸਟੇਜਾਂ ਤੋਂ ਸੁਣਾਈ ਜਾਣਾ ਵਾਰ-ਵਾਰ ਕਿ ਬਾਬਾ ਬਘੇਲ ਸਿੰਘ ਹੁਣੀ 18-19 ਵਾਰੀ ਜਿੱਤਿਆ ਦਿੱਲੀ ਨੂੰ, ਤੇ ਹਰੇਕ ਬੱਚੇ ਦੇ ਮਨ 'ਚ ਤਾਂ ਆਉਣਾ ਹੀ ਆ ਕਿ ਮੈਂ ਵੀ ਬਾਬਾ ਬਘੇਲ ਸਿੰਘ ਵਾਂਗ ਬਣਾ। ਤੇ ਸਾਨੂੰ ਮਹਾਰਾਜ ਨੇ ਗੁਰਬਾਣੀ 'ਚ ਦੱਸਿਆ ਹੋਇਆ ਕਿ ਤੁਸੀਂ ਵਿਵੇਕਤਾ ਰੱਖਣੀ ਆ, ਇਹ ਦੇਖਣਾ ਆ ਕਿ ਕਿਹੜੀ ਡਿਸੀਜਨ ਕਰਕੇ ਸਾਨੂੰ ਨੁਕਸਾਨ ਆ, ਕਿਹਦੇ ਵਿੱਚ ਨਫਾ ਆ। ਤੇ ਨਿਸ਼ਾਨ ਸਾਹਿਬ ਦੀ ਅਹਿਮੀਅਤ ਬੇਅੰਤ ਆ। ਨਿਸ਼ਾਨ ਮਹਾਰਾਜ ਨੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ ਕਿ ਜਿੱਥੇ ਸ਼ਬਦ ਗੁਰੂ ਆ ਉਹਨੂੰ ਨਿਸ਼ਾਨ ਕਹਿ ਦਿੱਤਾ। ਮਹਾਰਾਜ ਕਹਿੰਦੇ ਤਾਰ ਘੋਰ ਬਾ ਜੰਤਰ ਤੈ ਸਾਚ ਤਖਤ ਸੁਲਤਾਨ, ਕਿ
ਸ਼ਬਦ ਜਿਹੜਾ ਅੰਤਰਗਤ ਸਾਡੇ ਚੱਲਦਾ ਆ ਉਹ ਨਿਸ਼ਾਨ ਆ। ਉਹ ਨਿਸ਼ਾਨ ਹੈ ਕਿ ਇੱਥੇ ਸਤਿਗੁਰੂ ਦਾ ਵਾਸਾ ਆ ਅੰਤਰਗਤ। ਉੱਥੇ ਮਹਾਰਾਜ ਸਤਿਗੁਰੂ ਪ੍ਰਮਾਤਮਾ ਸਾਡੇ ਅੰਦਰ ਫੈਸਲਾ ਸੁਣਾਉਂਦੇ। ਜਿਵੇਂ ਅਕਾਲ ਤਖਤ ਬਾਹਰ ਬਣਾਇਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉੱਥੇ ਨਿਸ਼ਾਨ ਸਾਹਿਬ ਲੱਗੇ ਆ। ਨਿਸ਼ਾਨ ਸਾਹਿਬ ਲੱਗੇ ਹੋਏ ਆ, ਸਾਨੂੰ ਪਤਾ ਲੱਗਦਾ ਕਿ ਇੱਥੋਂ ਫੈਸਲਾ ਸੁਣਾਇਆ ਜਾਂਦਾ। ਇੱਦਾਂ ਹੀ ਸਾਡੇ ਅੰਤਰਗਤ ਜਿੱਥੇ ਸ਼ਬਦ ਪ੍ਰਗਟ ਹੋ ਜਾਂਦਾ, ਉਹ ਨਿਸ਼ਾਨ ਸਤਿਗੁਰ ਦੇ ਘਰ ਦਾ ਆ। ਉਹ ਸ਼ਬਦ ਜਿਹੜਾ ਹੈ ਨਿਸ਼ਾਨ ਸਾਹਿਬ ਦੀ ਅਹਿਮੀਅਤ ਬਹੁਤ ਹੈ। ਹੁਣ ਦੇਖੋਗੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਿੱਥੇ ਨਿਸ਼ਾਨ ਸਾਹਿਬ ਲਾਇਆ ਜਾਂਦਾ, ਉਸ ਪੋਲ ਨੂੰ ਅਸੀਂ ਸਾਫ਼ ਕਰਦੇ ਹਾਂ ਦੁੱਧ ਨਾਲ ਜਾਂ ਕੱਚੀ ਲੱਸੀ ਨਾਲ, ਫਿਰ ਉੱਤੇ ਨਿਸ਼ਾਨ ਸਾਹਿਬ ਲਾਇਆ ਜਾਂਦਾ। ਨਿਸ਼ਾਨ ਸਾਹਿਬ ਨੂੰ ਆਪਣੇ ਮੂੰਹ ਦੇ ਵਿੱਚ ਪਾ ਕੇ ਫਿਰ ਉਸ ਨੂੰ ਲਾਉਣਾ, ਇਹ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਹੈ। ਮਹਾਰਾਜ ਕਿਰਪਾ ਕਾਰਨ ਇਹਦਾ ਗੱਤਕਾ ਖੇਡੀਦਾ ਆ। ਕਈ ਵਾਰੀ ਕਈ ਸਿੰਘਾਂ ਨੂੰ ਦੇਖੀਦਾ, ਉਹ ਕੀ ਕਰਦੇ ਆ ਕਿ 2 ਕਿਰਪਾਨਾਂ ਘੁਮਾਉਂਦੇ ਆ ਤੇ ਤੀਜੀ ਕਿਰਪਾਨ ਆਪਣੇ ਮੂੰਹ 'ਚ ਪਾ ਲੈਂਦੇ ਆ। ਕਈ ਵਾਰੀ ਉੱਤੇ ਕੱਪੜਾ ਪਾ ਦਿੰਦੇ ਆ ਤੇ ਕੱਪੜੇ ਦੇ ਉੱਤੇ ਦੰਦੀ ਵੱਢ ਕੇ ਕਿਰਪਾਨ ਮੂੰਹ 'ਚ ਪਾ ਦਿੰਦੇ ਆ। ਤੇ ਸਾਡੇ ਨਾਲ ਜਿਹੜੇ ਗੱਤਕਾ ਖੇਡਦੇ ਹੁੰਦੇ ਨੇ, ਕਈ ਵਾਰੀ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਇਹ ਕਿਰਪਾਨ ਦੀ ਰਿਸਪੈਕਟ ਥੋੜ੍ਹਾ ਆ, ਇਹਦਾ ਕੀ ਫਾਇਦਾ ਹੈ ਤੁਸੀਂ ਜਿਹੜਾ ਕਰ ਰਹੇ ਹੋ ਕਿ ਮੂੰਹ 'ਚ ਪਾ ਕੇ ਕਿਰਪਾਨ ਤੁਸੀਂ 2 ਕਿਰਪਾਨਾਂ ਘੁਮਾਉਂਦੇ, ਕੀ ਸਾਬਤ ਕਰਨਾ ਚਾਹੁੰਦੇ ਆ? ਇੱਕ ਪਾਸੇ ਅਸੀਂ ਇਹ ਕਹਿੰਦੇ ਆ, ਗੁਰੂ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਇਹ ਸਾਡੇ ਪੀਰ ਆ ਜਿਹੜੇ ਸ਼ਸਤਰ ਆ, ਦੂਜੇ ਬੰਨੇ ਤੁਸੀਂ ਆਪਣੇ ਮੂੰਹ 'ਚ ਪਾਉਂਦੇ ਆ, ਆਪਣਾ ਥੁੱਕ ਲੱਗੂਗਾ ਉੱਤੇ। ਕਾਹਦਾ ਸਤਿਕਾਰ ਅਸੀਂ ਕਰ ਰਹੇ ਹਾਂ? ਤਾਂ ਹੀ ਕੋਸ਼ਿਸ਼ ਇਹ ਕਰਨੀ ਆ ਆਪਣੇ ਜ਼ਿਹਨ ਵਿੱਚ ਰੱਖਣਾ ਕਿ ਮਹਾਰਾਜ ਨੇ ਜੋ ਸਿੱਖਿਆ ਦਿੱਤੀ ਆ ਉਸ ਮੁਤਾਬਕ ਅਸੀਂ ਸਲਾਹ ਲਿਆ ਕਰੀਏ। ਫਿਰ ਮਹਾਰਾਜ ਨੇ ਜਿੱਦਾਂ ਕਿਹਾ ਹੋਇਆ ਕਿ ਇਹ ਸਾਡਾ ਮਨ ਜਿਹੜਾ ਆ ਇਸ ਸਰੀਰ ਦਾ ਰਾਜਾ ਆ। ਸਾਰੇ ਕਹਿੰਦੇ ਰਾਜ ਕਰੇਗਾ ਖਾਲਸਾ, ਰਾਜ ਜਿਹੜਾ ਆ ਉਹ ਖਾਲਸੇ ਦਾ ਹੋਣਾ ਆ। ਤੇ ਖਾਲਸੇ ਦਾ ਜਿਹੜਾ ਰਾਜ ਆ, ਪਹਿਲਾਂ ਖਾਲਸਾ ਹੈ ਕੌਣ? ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ। ਕਹਿੰਦੇ ਜਿਹਦੇ ਅੰਦਰ ਪੂਰਨ ਜੋਤ ਪ੍ਰਗਟ ਹੁੰਦੀ ਹੈ, ਅਨੂਪ ਜੋਤ ਜਿਹਨੂੰ ਕਿਹਾ ਹੋਇਆ, ਬ੍ਰਹਮ ਜੋਤ ਕਿਹਾ ਹੋਇਆ, ਜਿਹਦੇ ਅੰਦਰ ਪ੍ਰਗਟ ਹੁੰਦੀ ਆ ਉਹ ਹੈ ਖਾਲਸਾ। ਨਹੀਂ ਤਾਂ ਮਨ ਜਿਹੜਾ ਆ ਨਖਾਲਸ ਆ। ਤੇ ਰਾਜ ਇਹਨੇ ਕਿੱਥੇ ਕਰਨਾ ਹੈ? ਇਹਨੇ ਆਪਣੇ ਸਰੀਰ ਤੇ ਰਾਜ ਕਰਨਾ। ਆਹ ਜਿਹੜਾ ਸਰੀਰ ਆ, ਕਾਇਆ ਨਗਰੀ ਇਹ ਮਨ ਰਾਜਾ, ਇਸ ਨਗਰ ਦਾ ਰਾਜਾ ਆ। ਇਸ ਦੇ ਉੱਤੇ ਇਸਨੇ ਹਲੀਮੀ ਰਾਜ ਕਰਨਾ ਆ। ਜਿੰਨਾ ਚਿਰ ਇਹ ਆਪਣਾ ਵਿਵੇਕ ਖੋਈ ਬੈਠਾ ਆ ਤੇ ਇਹ ਜਿਹੜਾ ਮਨ ਆ ਇਹਦੀ ਜਗ੍ਹਾ ਕਾਮ ਕ੍ਰੋਲੋ ਹੰਕਾਰ ਰਾਜ ਕਰ ਰਿਹਾ ਹੈ। ਮਹਾਰਾਜ ਫਰਮਾਉਂਦੇ ਨੇ, ਲੱਭ ਪਾਪ ਦੋਏ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਕਿ ਕਾਮ ਕ੍ਰੋਲੋ ਹੰਕਾਰ ਦਾ ਰਾਜ ਤੁਹਾਡੇ ਅੰਦਰ ਚੱਲ ਰਿਹਾ ਹੈ। ਜਿਹੜੀ ਅਸੀਂ ਧਰਤੀ ਦੇਖਦੇ ਹਾਂ ਨਾ, ਆ ਬਾਹਰਲੇ ਪਾਸੇ ਸਾਰੇ ਚਾਹੁੰਦੇ ਆ, ਹਰੇਕ ਮਜ਼ਹਬ ਦਾ ਜੀਵ ਸੋਚਦਾ ਹੈ ਕਿ ਸਾਡਾ ਰਾਜ ਹੋ ਜਾਵੇ। ਤੇ ਹਰੇਕ ਜਿਹੜੇ ਮਜ਼ਹਬਾਂ ਦੇ ਵਿੱਚ ਵੰਡੇ ਹੋਏ ਆ ਲੋਕ, ਉਹ ਹਰੇਕ ਕਹਿੰਦੇ ਆ ਕਿ ਅਸੀਂ ਧਰਤੀ ਤੇ ਰਾਜ ਕਰਨਾ ਹੈ। ਜੇ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਰਾਜ ਦੇਣਾ ਚਾਹੁੰਦੇ ਸੀ ਧਰਤੀ ਦਾ, ਉਹਨਾਂ ਨੇ ਆਪ ਹੀ ਦੇ ਦੇਣਾ ਸੀਗਾ। ਉਹ ਸਤਿਗੁਰੂ ਜੋ ਮਰਜ਼ੀ ਕਰ ਸਕਦੇ। ਉਹਨਾਂ ਨੇ ਸਾਨੂੰ ਜਿਹੜਾ ਰਾਜ ਸਿਖਾਇਆ ਹੋਇਆ ਉਹ ਹੈ ਸਾਡੇ ਆਪਣੇ ਸਰੀਰ ਤੇ, ਸਾਡੇ ਮਨ ਨੂੰ ਜਿੱਤਣ ਦੀ ਗੱਲ ਕੀਤੀ ਹੋਈ ਹੈ ਕਿ ਮਨ ਨੂੰ ਤੁਸੀਂ ਜਿੱਤੋ। ਮਨ ਜੀਤਿਆ ਜਗ ਜੀਤ। ਜੇ ਆਪਣੇ ਮਨ ਨੂੰ ਨਹੀਂ ਜਿੱਤ ਸਕਦੇ ਤੁਸੀਂ ਜਗਤ ਨੂੰ ਨਹੀਂ ਜਿੱਤ ਸਕੋਗੇ। ਤੇ ਜਿਹਨੇ ਮਨ ਨੂੰ ਜਿੱਤਿਆ ਉਹ ਸਾਰੇ ਹਿਰਦਿਆਂ ਨੂੰ ਜਿੱਤ ਲੈਂਦਾ। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਉਹ ਸਾਰਿਆਂ ਨੂੰ ਪਿਆਰ ਨਾਲ ਬੰਨ੍ਹ ਦਿੰਦੇ ਆ। ਸੋ ਇਹ ਅਸੀਂ ਹਮੇਸ਼ਾ ਵਿਚਾਰ ਕਰਨੀ ਹੈ ਕਿ ਅਸੀਂ ਵਿਵੇਕਤਾ ਨਾਲ ਇਸ ਦੁਨੀਆ ਦੇ ਵਿੱਚ ਚੱਲਣਾ। ਇਹ ਰਾਜ ਜਿਹੜਾ ਆ ਖਾਲਸੇ ਦਾ ਆਪਣੇ ਸਰੀਰ ਤੇ ਆ। ਤੇ ਜਿਹੜੇ ਵੀ ਅਸੀਂ ਫਿਰ ਫੈਸਲੇ ਲੈਂਦੇ ਆ ਸੰਸਾਰ ਵਿੱਚ, ਅਸੀਂ ਦੁਬਿਧਾ ਤੋਂ ਰਹਿਤ ਹੋਣਾ ਆ। ਜਿਹਦੀ ਵਿਵੇਕ ਬੁੱਧ ਹੁੰਦੀ ਉਹ ਦੁਬਿਧਾ ਤੋਂ ਰਹਿਤ ਹੁੰਦਾ ਆ। ਤੇ ਜਿਨ੍ਹਾਂ ਨੇ ਇਸ ਮਾਰਗ ਤੇ ਚੱਲਣਾ ਉਹਨਾਂ ਨੇ ਵੀ ਦੁਬਿਧਾ ਤੋਂ ਰਹਿਤ ਹੋਣਾ ਆ। ਮਹਾਰਾਜ ਕਹਿੰਦੇ ਆ ਕਿ ਜਿਹੜੇ ਜੀਵ ਦਾ ਇਕੱਠੇ ਹੁੰਦੇ ਆ ਨਾ, ਹੋਏ ਇਕੱਤਰ ਮਿਲੋ ਮੇਰੇ ਭਾਈ। ਸਭ ਤੋਂ ਪਹਿਲਾਂ ਆਪਣੀ ਦੁਬਿਧਾ ਆਪਸ ਵਿੱਚ ਹੀ ਨਿਬੇੜੋ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ ਹਰ ਨਾਮੈ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕਿ ਗੁਰਮੁਖ ਜਿਹੜੇ ਆ ਉਹ ਬੈਠ ਕੇ ਨਾਮ ਦਾ ਅਭਿਆਸ ਕਰਦੇ, ਆਪਸ ਵਿੱਚ ਹੀ ਦੁਬਿਧਾ ਜਿਹੜੀ ਆ ਖਤਮ ਕਰਦੇ ਆ। ਲੀਡਰ ਆਗੂ ਸਾਡਾ ਜਿਹੜਾ ਸੂਝਵਾਨ ਹੋਵੇ
ਉਹ ਹੋਵੇ ਐਸਾ ਹੀ ਜਿਹੜਾ ਦੁਬਿਧਾ ਖਤਮ ਕਰਦਾ ਹੈ, ਸਾਨੂੰ ਨਾਮ ਦੇ ਨਾਲ ਜੋੜੇ। ਫਿਰ ਇਸ ਦੇ ਵਿੱਚ ਆ ਜਾਂਦਾ ਹੈ ਕਿ ਜਦੋਂ ਕੋਈ ਵੀ ਸਲਾਹ ਅਸੀਂ ਦੁਨੀਆ 'ਚ ਕਰਨੀ ਆ, ਇੱਕ ਸੋਸ਼ਲ ਸਾਈਕੋਲੋਜੀ ਦੇ ਵਿੱਚ ਸਾਨੂੰ ਸਿਖਾਉਂਦੇ ਹੁੰਦੇ ਸੀਗੇ ਕਿ ਇੱਕ ਹੁੰਦਾ ਹੈ ਕਿ ਜਦੋਂ ਤੁਸੀਂ ਸੰਗਤ ਕਰਦੇ ਆ ਕਿਸੇ ਤਰ੍ਹਾਂ ਦੇ, ਅਤੇ ਕੋਈ ਸੰਗਤ ਹੁੰਦੀ ਹੈ ਮਾੜੀ ਸੰਗਤ, ਸੰਗਤ ਜਿਹੜੀ ਸਤ ਸੰਗਤ ਉਹ ਸੱਚੀ ਸੰਗਤ ਹੁੰਦੀ ਹੈ। ਜਿਸ ਤਰੀਕੇ ਦੀ ਤੁਸੀਂ ਸੰਗਤ ਕਰਦੇ ਤੁਹਾਡੇ ਮਨ 'ਤੇ ਉਹਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਹੁਣ ਤੁਸੀਂ ਦੇਖੋਗੇ ਜਿਹੜਾ ਸੌਕਰ ਵਾਲਾ ਸਟੇਡੀਅਮ ਹੁੰਦਾ ਆ, ਉਹਦੇ ਵਿੱਚ ਕਈ ਵਾਰੀ ਇੱਕ ਪਾਸੇ ਲੜਾਈ ਚੱਲ ਪਵੇ ਅਤੇ ਸਾਰਾ ਜਿਹੜਾ ਸਟੇਡੀਅਮ ਆ ਉਹਦੇ ਵਿੱਚ ਲੋਕ ਰਾਈਟ ਕਰਨ ਲੱਗ ਪੈਂਦੇ। ਇਹ ਸਾਨੂੰ ਸਕੂਲਾਂ ਵਿੱਚ ਸਾਈਕੋਲੋਜੀ ਵਿੱਚ ਪੜ੍ਹਾਉਂਦੇ ਹੁੰਦੇ ਸੀਗੇ ਕਿ ਜਿਹੜੇ ਮਨ ਆ ਉਹ ਸਾਰੇ ਉਸ ਵਹਾਅ ਦੇ ਵਿੱਚ ਚਲੇ ਜਾਂਦੇ ਆ ਅਤੇ ਸਾਰੇ ਇੱਕ ਦੂਸਰੇ ਭੰਨ ਤੋੜ ਕਰਨ ਲੱਗ ਪੈਂਦੇ ਆ। ਜਿਹੜਾ ਗੁਰਮੁਖ ਹੈਗਾ ਵਿਵੇਕ, ਸਾਰੀ ਦੁਨੀਆ ਭਾਵੇਂ ਗਲਤ ਪਾਸੇ ਚਲੀ ਜਾਵੇ, ਉਹਨੇ ਆਪਣੇ ਵੱਲੋਂ ਖੜ ਜਾਣਾ ਕਿ ਆਹ ਭਾਈ ਸਹੀ ਨਹੀਂ, ਆਹ ਗਲਤ ਆ, ਮੈਂ ਚੱਲਾਂ ਇੱਧਰ ਨੂੰ। ਅਰਥਾਤ ਕਿ ਜਦੋਂ ਵੀ ਅਸੀਂ ਕੋਈ ਫੈਸਲਾ ਲੈਣਾ ਹੈ ਸੰਸਾਰ ਵਿੱਚ, ਅਸੀਂ ਕਰਾਊਡ ਦੇ ਨਾਲ ਨਹੀਂ ਚੱਲਣਾ ਹੁੰਦਾ ਕਿ ਜੋ ਲੋਕ ਕਹਿੰਦੇ ਆ ਉਹਦੇ ਮੁਤਾਬਕ ਚੱਲੀਏ। ਅਸੀਂ ਦੇਖਣਾ ਹੁੰਦਾ ਕਿ ਗੁਰੂ ਸਾਹਿਬ ਕੀ ਸਾਨੂੰ ਸਮਝਾਉਂਦੇ ਆ, ਗੁਰਮਤ ਮੁਤਾਬਕ ਅਸੀਂ ਫਿਰ ਚੱਲ ਕੇ ਇਸ ਦੁਨੀਆ ਦੇ ਵਿੱਚ ਰਹਿਣਾ ਹੈ ਕਿ ਸਾਡਾ ਲੋਕ ਅਤੇ ਪਰਲੋਕ ਦੋਨੋਂ ਸੁਖੀ ਹੋ ਜਾਣ। ਅਸੀਂ ਦੂਜਿਆਂ ਨੂੰ ਵੀ ਫਿਰ ਪ੍ਰੇਰਿਤ ਕਰਨਾ ਹੁੰਦਾ। ਦੂਜਿਆਂ ਨੂੰ ਪ੍ਰੇਰਿਤ ਕਰਨਾ, ਹੁਣ ਜੇ ਤੁਸੀਂ ਫਰਜ਼ ਕੀਤਾ ਦੇਖਦੇ ਆ ਕਿ ਕੋਈ ਨਿੰਦਿਆ ਕਰਦਾ ਹੈ ਕਿਸੇ ਦੀ, ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾ ਨਰਕੇ ਘੁਰ ਪਵਨ। ਕਿ ਜਿਹੜਾ ਨਿੰਦਿਆ ਕਿਸੇ ਦੀ ਕਰਦਾ ਆ ਉਹਦਾ ਮੂੰਹ ਕਾਲਾ ਕਰਕੇ ਨਰਕ ਦੇ ਵਿੱਚ ਉਹਨੂੰ ਪਾ ਦਿੰਦੇ ਆ। ਅਤੇ ਜੇ ਕੋਈ ਨਿੰਦਿਆ ਕਿਸੇ ਦੀ ਸੁਣਦਾ ਆ, ਮਹਾਰਾਜ ਕਹਿੰਦੇ ਉਹ ਵੀ ਸਜ਼ਾ ਦੇ ਭਾਗੀਦਾਰ ਹੁੰਦਾ ਆ। ਹੁਣ ਜਦੋਂ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਕਿਸੇ ਨੂੰ ਕੋਈ ਮਾੜਾ ਕਹਿ ਦਿੰਦਾ ਨਾ, ਫਿਰ ਜਿਹੜੇ ਜੀਵ ਆਮ ਹੁੰਦੇ ਆ ਉਹ ਫਿਰ ਉਹਨਾਂ ਦੀਆਂ ਜਿਹੜੇ ਪਰਿਵਾਰ ਦੀਆਂ ਪਿਛੋਕੜ ਲੈ ਕੇ ਜਿਉਂ ਲੱਗਦੇ ਸਾਰੇ ਖਾਨਦਾਨ ਦੀ ਨਿੰਦਿਆ ਕਰਕੇ ਰੱਖਦੇ ਆ। ਅਤੇ ਜਿਹਨੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੁੰਦਾ ਜਾਂ ਨਹੀਂ ਗਲਤ ਕੀਤਾ, ਉਹ ਤਾਂ ਪ੍ਰਮਾਤਮਾ ਦੇ ਹੱਥ ਵਾਸਿਆ ਫੈਸਲਾ। ਕਿਸੇ ਨੂੰ ਗਲਤ ਜਾਂ ਸਹੀ ਠਹਿਰਾਉਣਾ ਸਾਡੇ ਲਈ ਮੁਸ਼ਕਿਲ ਹੈ। ਅਸੀਂ ਤਾਂ ਕਰ ਸਕਦੇ ਜੇ ਅਸੀਂ ਪੂਰੀ ਤਰ੍ਹਾਂ ਆਪ ਸਹੀ ਹਾਂ, ਗੁਰਮਤ ਮੁਤਾਬਕ ਚੱਲੇ ਹੋਏ ਹਾਂ। ਅਤੇ ਜਿੱਥੇ ਲੋਕਾਂ ਦੇ ਖਾਨਦਾਨਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ, ਫਲਾਣੇ ਦਾ ਡੈਡੀ ਇੱਦਾਂ ਦਾ ਸੀ, ਫਲਾਣੇ ਦਾ ਬਾਬਾ ਇੱਦਾਂ ਦਾ ਸੀ, ਫਲਾਣੇ ਦਾ ਇੱਦਾਂ ਸੀ, ਉਹਨਾਂ ਨੂੰ ਸੋਚਣਾ ਚਾਹੀਦਾ ਜਿਹਨੇ ਗਲਤੀ ਕੀਤੀ ਜਾਂ ਨਹੀਂ ਗਲਤੀ ਕੀਤੀ ਉਹ ਪ੍ਰਮਾਤਮਾ ਨੇ ਫੈਸਲਾ ਕਰਨਾ ਹੈ। ਤੁਸੀਂ ਜਿਉਂ ਗਾਂ ਦੀ ਗਾਂ ਨਿੰਦਿਆ ਕਰਦੇ ਆ, ਥੋੜ੍ਹਾ ਜਿਹਾ ਸੋਚਿਆ ਕਰੋ, ਸਮਝਿਆ ਕਰੋ। ਹਰਨਾਕਸ਼ ਦੇ ਘਰ ਪ੍ਰਹਿਲਾਦ ਵੀ ਪੈਦਾ ਹੋਇਆ। ਫੈਸਲਾ ਤਾਂ ਪ੍ਰਮਾਤਮਾ ਨੇ ਕਰਨਾ ਹੈ ਉਹਨਾਂ ਦੇ ਕਰਮ ਦੇਖ ਕੇ। ਅਸੀਂ ਤਾਂ ਫਿਰ ਬਾਅਦ 'ਚ ਦੇਖ ਸਕਦੇ ਹਾਂ, ਅਸੀਂ ਸਾਰਿਆਂ ਨੂੰ ਜਿਉਂ ਲੱਗਦੇ ਹਾਂ ਭੰਡਣ, ਅਸੀਂ ਇੱਦਾਂ ਕਰ ਨਹੀਂ ਸਕਦੇ। ਇਹਨੂੰ ਕਹਿੰਦੇ ਨਿੰਦਿਆ। ਨਿੰਦਿਆ ਉਹ ਗੱਲ ਹੁੰਦੀ ਹੈ ਜਿਹੜੀ ਸਾਨੂੰ ਪਤਾ ਹੀ ਨਹੀਂ, ਪੱਕੀ ਸ਼ੋਰ ਹੁੰਦੀ ਨਹੀਂ, ਅਸੀਂ ਜਿਉਂ ਕਰਦੇ ਹਾਂ ਅਤੇ ਉਹ ਫੈਲਾਈ ਜਾਂਦੇ ਹਾਂ। ਫਿਰ ਅਸੀਂ ਨਿੰਦਿਆ ਦੇ ਭਾਗੀਦਾਰ ਹੁੰਦੇ ਹਾਂ, ਸਾਨੂੰ ਵੀ ਪਾਪ ਚੜ੍ਹਦਾ ਆ। ਫਿਰ ਜੇਕਰ ਅਸੀਂ ਕਿਸੇ ਨੂੰ ਹੋਰਨਾਂ ਨੂੰ ਜਾ ਕੇ ਫੈਲਾਉਂਦੇ ਹਾਂ, ਉਹ ਫਿਰ ਹੋਰ ਵੱਧਦਾ ਹੈ ਪਾਪ, ਕਿਉਂਕਿ ਅਸੀਂ ਉਹ ਪਾਪ ਹੋਰਨਾਂ ਕੋਲ ਜਾ ਕੇ ਕੀਤਾ। ਤਾਂ ਅਸੀਂ ਸੋਚਣਾ ਹੁੰਦਾ, ਸਮਝਣਾ ਹੁੰਦਾ ਕਿ ਅਸੀਂ ਕਿਹੜੀ ਗੱਲ ਕਰਨੀ। ਇੱਕ ਵਾਰੀ ਮੈਨੂੰ ਨਾ WhatsApp 'ਤੇ ਕਿਸੇ ਨੇ ਵੀਡੀਓ ਭੇਜੀ ਕਿ ਕਿਸੇ ਸੰਤਾਂ ਨੇ, ਜਿਹੜੇ ਸੀਚੇਵਾਲ ਵਾਲੇ ਸੰਤ ਆ, ਕਿ ਉੱਤੇ ਲਿਖਿਆ ਸੀਗਾ ਕਿ ਜੀ ਇਹ ਦੇਖੋ ਕਿ ਇਹਨਾਂ ਨੇ ਆਪਣੇ ਚਰਨਾਂ ਨੂੰ ਧਵਾ ਕੇ, ਪੈਰਾਂ ਨੂੰ ਧਵਾ ਕੇ ਲੋਕਾਂ ਨੂੰ ਪਾਣੀ ਪਿਲਾਇਆ। ਜਿਹੜੇ ਉਹਨਾਂ ਦੇ ਪੈਰ ਆ ਉਹ ਲੋਕਾਂ ਨੇ ਧੋ ਕੇ ਪਾਣੀ ਪੀਤਾ। ਅਤੇ ਉਹ ਲਿਖਿਆ ਸੀ। ਮੈਂ ਸੋਚਿਆ, ਮੈਂ ਕਿਹਾ ਮੈਂ ਵੀਡੀਓ ਵੇਖ ਲਵਾਂ। ਮੈਂ ਵੀਡੀਓ ਵੇਖੀ ਅਤੇ ਮੈਂ ਦੇਖਿਆ ਕਿ ਉਹਨਾਂ ਦੇ ਚਰਨ ਪੈਰ ਧੋਤੇ ਅਤੇ ਬਸ, ਕਿਸੇ ਨੇ ਕੋਈ ਪਾਣੀ ਨਹੀਂ ਪੀਤਾ। ਫਿਰ ਮੈਂ ਸੋਚਿਆ, ਮੈਂ ਕਿਹਾ ਕਿ ਇਹ ਜਿਹਨੇ ਬੰਦੇ ਨੇ ਮੈਨੂੰ ਇਹ ਭੇਜੀ ਵੀਡੀਓ, ਇਹ ਤਾਂ ਨਿੰਦਿਆ ਕਰ ਚੁੱਕਾ ਆ, ਇਹ ਤਾਂ ਝੂਠੀ ਗੱਲ ਆ। ਇਹਨੇ ਤਾਂ ਕਹਿ ਦਿੱਤਾ ਕਿ ਲੋਕਾਂ ਨੂੰ ਆਪਣਾ ਪੈਰਾਂ ਨਾਲ ਜਿਹੜਾ ਧੋਤਾ ਹੋਇਆ ਪਾਣੀ ਆ ਉਹ ਪਿਲਾਉਂਦਾ ਆ। ਅਤੇ ਮੈਂ ਉੱਥੇ ਉਹ ਵੀਡੀਓ ਡਿਲੀਟ ਕਰ ਦਿੱਤੀ। ਸਾਡੀ ਸਾਰਿਆਂ ਦੀ ਕੀ ਆਦਤ ਬਣ ਚੁੱਕੀ ਹੈ, ਜਿਹੜਾ ਕੋਈ ਕੁਛ ਭੇਜਦਾ ਹੈ ਅਸੀਂ ਗਾਂਹ ਫੈਲਾਈ ਜਾਂਦੇ ਹਾਂ। ਅਤੇ ਫਿਰ ਅਸੀਂ ਸੋਚਦੇ ਨਹੀਂ ਕਿ ਜੇ ਸਾਡੇ ਕਾਰਨ ਗਾਂਹ ਇਹ ਗੱਲ ਵੱਧਦੀ ਹੈ ਤਾਂ ਸਾਨੂੰ ਪੱਕਾ ਸ਼ੋਰ ਨਹੀਂ, ਤਾਂ ਅਸੀਂ ਕਿਉਂ ਇਹਦਾ ਵਧਾਈਏ। ਪਿਤਾ ਜੀ ਵੀ ਕਹਿੰਦੇ ਹੁੰਦੇ ਸੀ, ਪਿਤਾ ਜੀ ਐਗਜ਼ਾਮਪਲ ਦਿੰਦੇ ਹੁੰਦੇ ਸੀ, ਕਹਿੰਦੇ ਕਿ ਕਈ ਵਾਰੀ ਲੋਕ ਜਿਹੜੇ ਚੀਜ਼ ਦੇਖਦੇ ਆ ਉਹ ਵੀ ਉਹ ਨਹੀਂ ਹੁੰਦੀ, ਕਿਉਂਕਿ ਉਹ
ਗਲਤ ਸਮਝ ਲੈਂਦੇ ਆ। ਇੱਦਾਂ ਹੀ ਇੱਕ ਸਿੰਘ, ਉਹਨੂੰ ਬਹੁਤ ਜ਼ਰੂਰਤ ਪੈ ਗਈ ਪੈਸੇ ਲੈਣ ਲਈ, ਪੈਸੇ ਟੁੱਟੇ ਉਹਨੂੰ ਚਾਹੀਦੇ ਸੀਗੇ, ਅਤੇ ਉਹਨੇ ਕੀ ਕੀਤਾ, ਹੋਰ ਕੋਈ ਜਗ੍ਹਾ ਸੀਗੀ ਨਹੀਂ, ਉਹਨੇ ਕਿਸੇ ਠੇਕੇ ਦੇ ਸਾਹਮਣੇ ਆਪਣੀ ਗੱਡੀ ਪਾਰਕ ਕਰ ਲਈ ਅਤੇ ਅੰਦਰ ਗਿਆ ਪੈਸਾ ਤੁੜਾਉਣ। ਉਹਨੂੰ ਸਖਤ ਜ਼ਰੂਰਤ ਸੀਗੀ ਪੈਸੇ ਦੀ। ਹੋਰ ਇੱਕ ਸਿੰਘ ਨਾਲ ਲੰਘ ਰਿਹਾ ਸੀ ਆਪਣੀ ਗੱਡੀ ਦੇ ਵਿੱਚ, ਉਹਨੇ ਦੇਖਿਆ ਕਿ ਇਹ ਸਿੰਘ ਨਾ ਠੇਕੇ ਦੇ ਵਿੱਚ ਚਲੇ ਗਿਆ। ਉਹ ਇੱਕ ਤਾਂ ਹੈਰਾਨ ਹੋ ਗਿਆ, ਫਿਰ ਜਾ ਕੇ ਦੱਸਣ ਲੱਗ ਪਿਆ ਦੂਜਿਆਂ ਨੂੰ ਕਿ ਵੀ ਇਹ ਫਲਾਨਾ ਸਿੰਘ ਮੈਂ ਦੇਖਿਆ ਤਾਂ ਠੇਕੇ ਦੇ ਵਿੱਚ ਗਿਆ ਹੋਇਆ ਸੀਗਾ, ਕਾਹਦਾ ਸਿੰਘ ਹੈ ਇਹ, ਦੇਖੋ ਇੱਦਾਂ ਗੱਲਾਂ ਕਰਨ ਲੱਗ ਪਿਆ। ਅਤੇ ਉਹ ਜਦੋਂ ਸਿੰਘ ਦੂਜਾ ਆਇਆ, ਉਹਨੇ ਕਿਹਾ ਕਿ ਗੱਲ ਇਹ ਆ ਕਿ ਪਿਤਾ ਜੀ ਨੇ ਦੱਸੀ ਸੀ, ਸਿੰਘ ਨੇ ਕਿਹਾ ਕਿ ਮੈਨੂੰ ਸਖਤ ਜ਼ਰੂਰਤ ਸੀ ਪੈਸੇ ਦੀ, ਤਾਂ ਮੈਂ ਉੱਥੇ ਗਿਆ ਹੋਇਆ ਸੀ। ਫਿਰ ਪਿਤਾ ਜੀ ਨੇ ਸਮਝਾਇਆ, ਕਹਿੰਦੇ ਕਿ ਤਾਂ ਹੀ ਜਿਹੜੀ ਕਈ ਵਾਰੀ ਅੱਖੀਂ ਦੇਖੀ ਵੀ ਗੱਲ ਆ, ਉਹ ਸੱਚਾਈ ਨਹੀਂ ਹੁੰਦੀ ਜੋ ਅਸੀਂ ਸਮਝ ਲੈਂਦੇ ਹਾਂ। ਪਰਮਾਤਮਾ ਜਾਣਦਾ ਸੱਚਾਈ ਕੀ ਹੈ। ਅਸੀਂ ਫਟਾਫਟ ਹਰੇਕ ਦੀ ਨਿੰਦਿਆ ਕਰਦੇ ਹਾਂ, ਆਪਣੇ ਆਪ ਨੂੰ ਪਾਪਾਂ ਦੇ ਭਾਗੀਦਾਰ ਨਾ ਬਣਾਈਏ। ਸੁਖਿੰਦਰ ਕੌਰ। ਹਾਂਜੀ, ਇੱਦਾਂ ਹੀ ਗੁਰਬਾਣੀ 'ਚ ਆਪਾਂ ਨੂੰ ਦੱਸਿਆ ਹੋਇਆ ਕਿ ਜਿਸ ਦੇਸ਼ ਵਿੱਚ ਅਸੀਂ ਖੇਲਣ ਆਏ ਹਾਂ, ਇਹਨੂੰ ਕਾਲ ਦਾ ਦੇਸ਼ ਕਿਹਾ ਹੈ, ਅਤੇ ਸਾਰੇ ਅਸੀਂ ਕਾਲ ਦੇ ਦੇਸ਼ ਦੇ ਵਿੱਚ ਖੇਲ ਰਹੇ ਹਾਂ। ਇਹਨੂੰ ਮਾਇਆ ਦਾ ਦੇਸ਼ ਵੀ ਕਿਹਾ ਹੈ। ਅਤੇ ਮਹਾਰਾਜ ਨੇ ਫਿਰ ਆਪਾਂ ਨੂੰ ਦੱਸਿਆ ਆ ਕਿ ਇਹਦੇ ਵਿੱਚ ਵੱਡੇ ਵੱਡੇ ਭਰਮ 'ਚ ਪੈ ਜਾਂਦੇ ਆ। ਮਹਾਰਾਜ ਕਹਿੰਦੇ ਪਰਿਓ ਕਾਲ ਸਭੇ ਜਗ ਉੱਪਰ ਮਾਹੇ ਲਿਖੈ ਬ੍ਰਹਮ ਗਿਆਨੀ, ਕਿ ਭਰਮ ਦੇ ਵਿੱਚ ਗਿਆਨੀ ਵੀ ਪੈ ਜਾਂਦੇ ਆ। ਅਤੇ ਮਹਾਰਾਜ ਨੇ ਕਿਹਾ ਕਿ ਸਾਰਿਆਂ ਦੇ ਉੱਤੇ ਇਹ ਕਾਲ ਆ ਜਿਹੜਾ ਅਸੀਂ ਕਾਲ ਦੇ ਦੇਸ਼ ਵਿੱਚ ਖੇਲ ਰਹੇ ਹਾਂ। ਫਿਰ ਭਗਤ ਕਬੀਰ ਜੀ ਆਪਾਂ ਨੂੰ ਦੱਸਦੇ ਆ ਕਿ ਖਾਲਸਾ ਮਨ ਕਦੋਂ ਬਣਦਾ, ਜਦੋਂ ਅਸੀਂ ਭਗਤੀ ਕਰਦੇ ਹਾਂ। ਕਿਉਂਕਿ ਜਿਹੜਾ ਸਾਡਾ ਮਨ ਆ, ਜਦੋਂ ਅਸੀਂ ਮਾਇਆ ਦੇ ਦੇਸ਼ ਵਿੱਚ ਆਉਂਦੇ ਹਾਂ, ਜਦੋਂ ਸਾਡੀ ਨਾਮ ਨਾਲ ਲਿਵ ਟੁੱਟ ਜਾਂਦੀ ਆ, ਅਸੀਂ ਨਿਖਾਲਸ ਹੋ ਜਾਂਦੇ ਹਾਂ। ਤ੍ਰੈ ਗੁਣਾਂ ਦੇ ਵਿੱਚ ਆ ਕੇ, ਵਿਚਾਰਾਂ 'ਚ ਆ ਕੇ ਦੁਬਦਾ ਚਲੇ ਜਾਂਦੇ ਹਾਂ, ਕਾਮ ਕ੍ਰੋਧ ਹੰਕਾਰ ਵਿੱਚ ਚਲੇ ਜਾਂਦੇ ਹਾਂ। ਫਿਰ ਅਸੀਂ ਨਿਖਾਲਸ ਹੋ ਜਾਂਦੇ ਹਾਂ। ਅਤੇ ਜਦੋਂ ਅਸੀਂ ਫਿਰ ਗੁਰੂ ਦੀ ਮੱਤ ਲੈ ਕੇ ਭਗਤੀ ਦੇ ਮਾਰਗ 'ਤੇ ਚੱਲਦੇ ਹਾਂ, ਅਤੇ ਭਗਤੀ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਜਦੋਂ ਸਾਨੂੰ ਆਪਣੀ ਸੋਝੀ ਆਉਂਦੀ ਆ, ਜਿਵੇਂ ਤੁਸੀਂ ਗੱਲ ਕੀਤੀ ਵਿਵੇਕ ਬੁੱਧ ਦੀ, ਅਤੇ ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਜਨ ਭਏ ਖਾਲਸੇ, ਕਹਿੰਦੇ ਕਿ ਉਹ ਜਨ ਖਾਲਸ ਹੋ ਜਾਂਦਾ ਹੈ, ਖਾਲਸੇ ਬਣ ਜਾਂਦੇ ਆ ਜਿਹੜੇ ਪ੍ਰੇਮ ਭਗਤ ਜਹ ਜਾਨੀ, ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ। ਹੁਣ ਸਾਡੀ ਭਗਤੀ ਕਿੱਥੇ ਸ਼ੁਰੂ ਹੁੰਦੀ ਹੈ? ਹੁਣ ਜਦੋਂ ਅਸੀਂ ਤ੍ਰੈ ਗੁਣਾਂ ਦੇ ਵਿੱਚ ਵਿਚਰਦੇ ਹਾਂ, ਤ੍ਰੈ ਗੁਣਾਂ ਦੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਨਾਮ ਨੂੰ ਭੁੱਲ ਜਾਂਦੇ ਹਾਂ, ਸਾਡੇ ਆਪਣੇ ਮਨ ਨੂੰ ਭੁੱਲ ਜਾਂਦੇ ਹਾਂ, ਮਨ ਦੇ ਸਰੂਪ ਕੀ ਆ ਇਹਨੂੰ ਭੁੱਲ ਜਾਂਦੇ ਹਾਂ, ਆਤਮਾ ਪਰਮਾਤਮਾ ਨੂੰ, ਇਹ ਸਾਰਾ ਖੇਲ ਹੀ ਭੁੱਲ ਜਾਂਦੇ ਹਾਂ ਕਿ ਕਿਸ ਮਕਸਦ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ। ਫਿਰ ਇੱਥੇ ਪੰਜਾਂ ਜਣਿਆਂ ਦਾ ਰਾਜ ਚੱਲਦਾ, ਜਿਵੇਂ ਤੁਸੀਂ ਵਿਚਾਰ ਕੀਤੀ ਲੱਭ ਪਾਪ ਦੋਈ ਰਾਜਾ, ਕਿ ਹੈਗਾ ਮਨ ਰਾਜਾ ਹੈ, ਪਰ ਇਹ ਪੰਜਾਂ ਦੇ ਵੱਸ ਹੋਣ ਕਰਕੇ ਲੱਭ ਤੇ ਪਾਪ ਦੋਏ ਰਾਜਾ ਬਣ ਕੇ ਬੈਠੇ ਤੇ ਕਾਮ ਦੇ ਨਾਲ ਬਹਿ ਕੇ ਵਿਚਾਰ ਕਰਦੇ। ਇਹ ਪੰਜਾਂ ਦਾ ਹੀ ਖੇਲ ਗੁਰਬਾਣੀ ਵਿੱਚ ਸਮਝਾਇਆ। ਕੋਈ ਵੀ ਸੰਸਾਰ ਵਿੱਚ ਰਾਜਾ ਆ, ਇੱਕ ਤਾਂ ਹੋ ਗਿਆ ਸਾਡਾ ਮਨ ਰਾਜਾ, ਇੱਕ ਜਿਹੜਾ ਅਸੀਂ ਚੁਣਦੇ ਹਾਂ ਰਾਜਾ, ਕਿ ਜਿਹੜਾ ਕਾਨੂੰਨ ਆ ਸੰਸਾਰ ਦਾ, ਇਹਦੀ ਸਹੀ ਵਿਵਸਥਾ ਚੱਲੇ, ਕਿ ਇੱਕ ਰਾਜਾ ਬਣਾ ਦਿੰਦੇ ਆ, ਦੂਜੇ ਉਹਦੇ ਸਲਾਹਕਾਰ ਬਣ ਜਾਂਦੇ ਆ, ਫਿਰ ਅਸੀਂ ਜਨਤਾ ਮਗਰ ਹੁੰਦੀ ਆ। ਇੱਦਾਂ ਹੀ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਆ ਕਿ ਅਸੀਂ ਖਾਲਸੇ ਬਣਨਾ। ਸਾਡਾ ਜਿਹੜਾ ਮਨ ਆ ਇਹ ਰਾਜਾ ਆ, ਅਤੇ ਇਹਨੂੰ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਸਲਾਹ ਕਰ ਦਿੱਤੀਆਂ ਹੋਈਆਂ। ਅਤੇ ਇਹ ਮਨ ਜਦੋਂ ਇਹ ਪੰਜਾਂ ਦਾ ਸਾਥ ਲੈ ਲੈਂਦਾ ਆ ਤਾਂ ਇਹ ਮਨ ਸੌਂ ਜਾਂਦਾ, ਅਤੇ ਰਾਜ ਕੌਣ ਕਰਨ ਲੱਗ ਪੈਂਦੇ ਆ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਜਦੋਂ ਇਹ ਰਾਜ ਕਰਦੇ ਆ, ਇਹ ਮਨ ਸੁੱਤਾ ਹੁੰਦਾ ਆ, ਅਤੇ ਮਨ ਰਾਜੇ ਦੀ ਕੀ ਹਾਲਤ ਮਹਾਰਾਜ ਨੇ ਦੱਸੀ ਆ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਫਿਰ ਹੁਣ ਸਾਡੀ ਸਾਰਿਆਂ ਦੀ ਇਹ ਹਾਲਤ ਹੋ ਜਾਂਦੀ ਆ ਕਿ ਜਿਵੇਂ ਇੱਕ ਸੁਪਨਾ ਆ, ਕਹਿੰਦੇ ਇੱਕ ਰਾਜਾ ਆ, ਉਹ ਆਪਣੇ ਸਿੰਘਾਸਨ 'ਤੇ ਬੈਠਾ ਹੋਇਆ, ਸੁਪਨਾ ਦੇਖ ਰਿਹਾ। ਹੁਣ ਸੁਪਨੇ 'ਚ ਆਪਾਂ ਨੂੰ ਕਈ ਕੁਛ ਦਿਸਦਾ, ਜਦੋਂ ਹੁਣ ਆਪਾਂ ਵੀ ਸੌਂਦੇ ਰਾਤ ਨੂੰ, ਕਈ ਆਪਾਂ ਨੂੰ ਸੁਪਨੇ ਆਉਂਦੇ ਆ, ਬਹੁਤ ਕੁਛ ਦਿਸਦਾ। ਇੱਦਾਂ ਕਹਿੰਦੇ ਸੁਪਨੇ ਵਿੱਚ ਬੈਠਾ ਸਿੰਘਾਸਨ 'ਤੇ ਹੈਗਾ ਰਾਜਾ ਆ, ਲੇਕਿਨ ਸੁਪਨੇ ਦੇ ਵਿੱਚ ਚਲਾ ਗਿਆ। ਸੁਪਨੇ ਵਿੱਚ ਬੈਠਾ ਹੋਇਆ ਕੀ ਦੇਖਦਾ ਆ? ਕਿ ਉਹ ਭਿਖਾਰੀ ਬਣਿਆ ਹੋਇਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਟ ਰਾਜ
ਬਿਸ਼ਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਉਹ ਸੁਪਨੇ 'ਚ ਆਪਣੇ ਆਪ ਨੂੰ ਦੇਖਦਾ ਭਿਖਾਰੀ ਬਣਿਆ ਹੋਇਆ ਤੇ ਜਿਹੜਾ ਰਾਜ ਉਹਦੇ ਤੋਂ ਖੁੱਸਿਆ ਹੋਇਆ, ਲੇਕਿਨ ਰਾਜ ਉਹਦੇ ਕੋਲ ਹੈ ਕਿਉਂਕਿ ਉਹ ਸਿੰਘਾਸਨ ਤੇ ਬੈਠਾ ਹੋਇਆ, ਪਰ ਸਿੰਘਾਸਨ ਤੇ ਬੈਠਾ ਸੌਂ ਗਿਆ। ਤੇ ਇਹ ਹਾਲਤ ਸਾਡੇ ਮਨ ਦੀ ਆ। ਮਨ ਸਾਡਾ ਸੌਂ ਜਾਂਦਾ ਇੱਥੇ ਆ ਕੇ। ਹੁਣ ਜੋ ਕੁਛ ਚੱਲ ਰਿਹਾ ਇਹ 5 ਜਣੇ ਚਲਾਈ ਜਾਂਦੇ। ਇਹ ਜਿਹੜਾ ਪੰਜਾਂ ਦਾ ਖੇਲ ਹੈ ਇਹ ਸੁਖਮ ਖੇਲ ਹੈ ਜਿਹੜਾ ਸਾਨੂੰ ਸਤਿਗੁਰੂ ਦੀ ਬਾਣੀ ਦੁਆਰਾ ਸੂਝੀ ਆਉਂਦੀ ਕਿ ਸੰਸਾਰ ਦਾ ਖੇਲ ਕਿਵੇਂ ਚੱਲ ਰਿਹਾ। ਹੁਣ ਰਾਜਾ ਉਹ ਤਾਂ ਹੈ ਤਾਂ ਰਾਜਾ, ਲੇਕਿਨ ਭਿਖਾਰੀ ਅਸੀਂ ਬਣੇ ਹੋਏ ਆ। ਮਨ ਰਾਜਾ ਬਣਾ ਕੇ ਭੇਜਿਆ ਸੀ ਤੇ ਫਿਰ ਰਾਜ ਕੌਣ ਕਰ ਰਿਹਾ? ਇਹ ਪੰਜੇ। ਗੁਰਬਾਣੀ ਵਿੱਚ ਦੱਸਿਆ ਆ ਇਹਨਾਂ ਦਾ ਜਿਹੜਾ ਰਾਜ ਚੱਲਦਾ ਆ ਉਹ ਫਿਰ ਮਨ ਨੂੰ ਹਰਾ ਦਿੰਦੇ ਆ। ਤੇ ਭਗਤ ਕਬੀਰ ਜੀ ਨੇ ਆਪਾਂ ਨੂੰ ਦੱਸਿਆ ਹੈ ਕਿ ਉਹ ਜਨ ਖਾਲਸੇ ਆ ਜਿਹੜੇ ਪ੍ਰੇਮਾ ਭਗਤੀ ਵਿੱਚ ਲੱਗ ਜਾਂਦੇ ਆ। ਹੁਣ ਆਪਾਂ ਬੁਲਾਉਣੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਹੜਾ ਸਾਡਾ ਮਨ ਆ ਉਹ ਖਾਲਸ ਹੁੰਦਾ ਆ ਜਦੋਂ ਅਸੀਂ ਆਪਣੇ ਮੂਲ ਦੀ ਪਹਿਚਾਣ ਕਰ ਲੈਂਦੇ, ਨਾਮ ਦੀ ਪਹਿਚਾਣ ਆ ਜਾਂਦੀ ਆ। ਤੇ ਕਹ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ, ਕਿ ਜਿਹੜਾ ਪ੍ਰੇਮ ਭਗਤੀ, ਹੁਣ ਭਗਤੀ ਸਾਡੀ ਕਿੱਥੇ ਸ਼ੁਰੂ ਹੁੰਦੀ? ਉਹ ਜਦੋਂ ਆਪਾਂ ਬਾਣੀ 'ਚ ਪੜ੍ਹਦੇ, ਮਹਾਰਾਜ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ ਬਿਨ ਭਗਤੀ ਨਾਲ ਨਾ ਜਾਏ। ਹਾਂਜੀ, ਸੋ ਇਹ ਪੋਡਕਾਸਟ ਵਾਲਾ ਪ੍ਰੋਗਰਾਮ ਹੈ। ਸਾਡੀ ਟੌਪਿਕ ਜ਼ਿਆਦਾ ਲੰਬੀ ਹੋ ਗਈ ਅਸਲ ਵਿੱਚ। ਜੇ ਤੁਸੀਂ ਕੋਈ ਸਵਾਲ ਪੁੱਛਣਾ ਹੈ ਕਮੈਂਟਸ ਦੇ ਵਿੱਚ YouTube ਤੇ ਤੁਸੀਂ ਪੁੱਛ ਸਕਦੇ ਹੋ, ਜੇ WhatsApp ਤੇ। ਉੱਦਾਂ ਤਾਂ ਜਦੋਂ 8ਵੀਂ 9ਵੀਂ 'ਚ ਤਾਂ ਮੈਂ ਸੀਗਾ ਸੋਸ਼ਲ ਦੇ ਵਿੱਚ, ਮੇਰੇ ਮਾਰਕ ਤਾਂ ਬੜੇ ਵਧੀਆ ਆ ਗਏ। ਮੇਰਾ ਟੀਚਰ ਹੱਸਦਾ ਹੁੰਦਾ ਸੀਗਾ ਕਿ ਇਹ ਪਹਿਲਾਂ ਕ੍ਰਿਟੀਕਲ ਬਹੁਤ ਸੀਗਾ, ਕਿਉਂਕਿ ਉਹ ਫਿਰ ਜੋਸ਼ ਭਰਿਆ ਹੁੰਦਾ ਜਵਾਨੀ ਦੇ ਵਿੱਚ ਤੇ ਅਸੀਂ ਸੋਚਦੇ ਹੈ ਨਹੀਂ। ਹੁਣ ਜੇ ਅਸੀਂ ਸੱਚੀ ਆਪਣੇ ਪੁਰਾਤਨ ਸਿੰਘਾਂ ਵਾਂਗ ਬਣਨਾ ਚਾਹੁੰਦੇ ਆ ਨਾ, ਅਸੀਂ ਉਹਨਾਂ ਵਾਂਗ ਵਿਵੇਕ ਹੋਈਏ। ਉਹ ਕਰਦੇ ਸੀ ਭਗਤੀ ਕਰੀਏ, ਵਿਵੇਕ ਬੁੱਧ ਹੋਵੇ ਸਾਡੇ, ਫਿਰ ਅਸੀਂ ਸਹੀ ਫੈਸਲੇ ਲੈ ਸਕਦੇ। ਉਂਝ ਨਹੀਂ ਉਹਨਾਂ ਵਾਂਗ ਐਕਟ ਕਰਕੇ ਹੀ ਅਸੀਂ ਬਣ ਜਾਣਾ ਉਹਨਾਂ ਵਾਂਗ। ਵਿਵੇਕ ਬੁੱਧ ਫਿਰ ਜਿਹੜੀ ਹੁੰਦੀ ਹੈ ਉਹ ਸੰਗਤ ਵਿੱਚ ਜਾ ਕੇ ਹੁੰਦੀ। ਜਿਵੇਂ ਹੁਣ ਸੰਸਾਰ ਵਿੱਚ ਅਸੀਂ ਵਿਚਰਦੇ, ਅਸੀਂ ਸੋਚਦੇ ਅਸੀਂ ਬਹੁਤ ਸਿਆਣੇ ਆ, ਅਸੀਂ ਆਪਣੇ ਮੁਤਾਬਕ ਚੱਲ ਰਹੇ। ਤੇ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਸਾਧ ਸੰਗਤ ਮਿਲ ਬੁੱਧ ਵਿਵੇਕ। ਕਹਿੰਦੇ ਕਿ ਸਤ ਸੰਗਤ ਵਿੱਚ ਜਾ ਕੇ, ਸਾਧ ਸੰਗਤ ਵਿੱਚ ਜਾ ਕੇ ਵਿਵੇਕ ਬੁੱਧੀ ਹੋ ਜਾਂਦੀ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਕਿਉਂਕਿ ਜੋ ਸਾਨੂੰ ਗੁਰਮਤਿ ਵਿੱਚ, ਜੋ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿਖਾਇਆ ਗਿਆ ਹੈ ਉਹ ਸਾਡੇ ਜੀਵਨ ਦਾ ਹੀ ਸਾਨੂੰ ਭੇਦ ਦਿੱਤਾ ਗਿਆ। ਮਹਾਰਾਜ ਕਹਿੰਦੇ ਮੱਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਨ ਤੇ ਜੁਗਤ ਨਾਹੀ। ਸਾਨੂੰ ਸਾਰਿਆਂ ਨੂੰ ਜੁਗਤੀ ਭੁੱਲ ਗਈ ਹੈ ਕਿ ਕਿਵੇਂ ਅਸੀਂ ਜੀਣਾ ਹੈ। ਅਸੀਂ ਜਿਉਂ ਹੀ ਸੰਸਾਰ ਵਿੱਚ ਆਉਂਦੇ ਹਾਂ, ਜੋ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਸੰਸਾਰੀ ਦੁਨਿਆਵੀ ਮਾਇਆ ਦੇ ਦੇਸ਼ ਦੀ, ਅਸੀਂ ਉਵੇਂ ਹੀ ਵਿਚਰਨਾ ਸ਼ੁਰੂ ਕਰ ਦਿੰਦੇ ਹਾਂ। ਤੇ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ, ਮਹਾਰਾਜ ਕਹਿੰਦੇ ਗੁਰ ਕੀ ਮੱਤ ਧੁਲੇ ਇਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ। ਗੁਰੂ ਦੀ ਮੱਤ ਦੁਆਰਾ ਜਿਵੇਂ ਤੁਸੀਂ ਦੱਸਿਆ ਹੈ ਕਿ ਆਪਾਂ ਨੂੰ ਸਲਾਹ ਕਿਵੇਂ ਕਰਨੀ ਹੈ, ਗਿਆਨ ਇੰਦਰੀਆਂ ਕਰਮ ਦੇ ਦੁਆਰਾ ਮਨ ਰਾਜੇ ਨੇ ਕਿਵੇਂ ਸਲਾਹ ਕਰਨੀ ਹੈ, ਕਿਵੇਂ ਫਿਰ ਅਸੀਂ ਸੰਸਾਰ ਵਿੱਚ ਵਿਚਰਨਾ ਆ। ਤੇ ਇਹਨਾਂ ਦਾ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਆ ਗਏ ਮੱਤ ਵਿੱਚ ਮਰਨ ਜੀਵਨ ਹੋਰ ਕੈਸਾ, ਤੇ ਅਸੀਂ ਆ ਗਏ ਹਾਂ ਫਿਰ ਚਲੇ ਜਾਣਾ। ਪਰ ਜਾਂ ਜੀਵਾਂ ਤੇ ਜੁਗਤ ਨਾਹੀਂ, ਜੀਵਨ ਦੀ ਜੁਗਤੀ ਨਹੀਂ, ਉਹ ਜੁਗਤੀ ਸਾਨੂੰ ਗੁਰਬਾਣੀ ਵਿੱਚ ਸਿਖਾਈ ਆ। ਹਾਂਜੀ, ਇੱਕ ਸਵਾਲ ਆਇਆ ਹੋਇਆ, ਕਹਿੰਦੇ ਵਾਹਿਗੁਰੂ ਜੀ ਜਦੋਂ ਰੋਮ ਰੋਮ ਸਿਮਰਨ ਕਰਦੇ ਆ ਹਾਰਟ ਬੀਟ ਨਾਲ, ਉਦੋਂ ਸਾਹ ਨੂੰ ਰੋਕ ਕੇ ਕਰਨਾ ਹੁੰਦਾ ਹੈ ਜੀ? ਉੱਦਾਂ ਤਾਂ ਪਹਿਲਾਂ ਅਸੀਂ ਕਹਿੰਦੇ ਹੁੰਦੇ ਕਿ ਜਦੋਂ ਫਸਟ ਟਾਈਮ ਤੁਸੀਂ ਕਰਦੇ ਆ ਕਿ ਤੁਸੀਂ ਯੂਜ਼ ਟੂ ਹੋ ਜਾਓ ਕਿ ਹਾਰਟ ਬੀਟ ਨਾਲ ਸੁਰਤੀ ਲਾਉਣੀ, ਪਹਿਲਾਂ ਥੋੜ੍ਹਾ ਜਿਹਾ ਸਾਹ ਰੋਕ ਕੇ ਆਪਣਾ ਧਿਆਨ ਬਦਲਿਆ ਕਰੋ ਉਧਰ ਨੂੰ, ਫਿਰ ਸਾਹ ਨੂੰ ਭੁੱਲ ਜਾਣਾ। ਸਾਹ ਫਿਰ ਨੈਚੁਰਲੀ ਆਉਣ ਦਿਓ, ਫਿਰ ਨਾਲ ਹਾਰਟ ਬੀਟ ਦੇ ਤੁਸੀਂ ਆਪਣਾ ਅਭਿਆਸ ਕਰੀ ਜਾਓ ਗੁਰਮੰਤਰ ਦਾ। ਫਿਰ ਜ਼ਰੂਰੀ ਨਹੀਂ ਕਿ ਤੁਸੀਂ ਵਾਰ-ਵਾਰ ਰੋਕੀ ਜਾਓ ਆਪਣੇ ਸਾਹ ਨੂੰ। ਉਹ ਜਦੋਂ ਇੱਕ ਵਾਰੀ ਤੁਸੀਂ ਹਾਰਟ ਬੀਟ ਨੂੰ ਸੁਣਨ ਲੱਗ ਪੈਂਦੇ ਆ, ਧਿਆਨ ਉਹ 'ਚ ਟਿਕ ਜਾਂਦਾ, ਫਿਰ ਤੁਸੀਂ ਗੁਰਮੰਤਰ ਦਾ ਅਭਿਆਸ ਨਾਲ ਕਰੀ ਜਾਓ। ਸੋ ਜਿੱਦਾਂ ਤੁਸੀਂ ਕੱਲ੍ਹ ਵੀ ਕਥਾ ਕੀਤੀ ਸੀ ਪਛਤਾਵੇ 'ਤੇ, ਜੋ ਅੱਜ YouTube 'ਤੇ ਪਾਈ ਹੋਈ ਆ, ਪਛਤਾਉਣ 'ਤੇ। ਜੇ ਅਸੀਂ ਜੀਵਨ ਦੇ ਵਿੱਚ ਕੰਮ ਇਹੋ ਜਿਹਾ ਕਰ ਲੈਂਦੇ ਹਾਂ ਫਿਰ ਬਾਅਦ 'ਚ ਪਛਤਾਉਣਾ ਪਏ ਤਾਂ ਫਿਰ ਬੜਾ ਔਖਾ ਹੁੰਦਾ। ਐਸਾ ਕੰਮ ਉਲੇ ਨਾ ਕੀਚੈ ਜਿਤ ਅੰਤ ਪਛਤਾਈ ਹੈ। ਕੋਈ ਵੀ ਕੰਮ ਅਸੀਂ ਨਾ ਕਰੀਏ ਦੁਨੀਆ ਦੇ ਵਿੱਚ, ਫਿਰ ਬਾਅਦ 'ਚ ਜਿਹੜਾ ਪਛਤਾਵਾ ਸਾਨੂੰ ਹੋਵੇ। ਤਾਂ ਹੀ ਅਸੀਂ ਜੇ ਕੋਈ ਵੀ ਚੀਜ਼ ਕਰਨੀ ਆ ਉਹ ਬੜੇ ਪਿਆਰ ਹਲੀਮੀ ਦੇ ਵਿੱਚ ਆ ਕੇ ਅਸੀਂ ਫੈਸਲਾ ਕੋਈ ਲੈਣਾ ਹੁੰਦਾ ਆ, ਸਹਿਜ ਵਿੱਚ ਜਾ ਕੇ। ਹੁਣ ਘਰਾਂ ਦੇ ਵਿੱਚ ਕਲੇਸ਼ ਕਿਉਂ ਹੁੰਦਾ ਆ? ਹੁਣ ਜੇ ਇੱਕ ਫਰਜ਼ ਕੀਤਾ ਤੁਸੀਂ, ਐਸੀ ਸਿਚੁਏਸ਼ਨ ਦੇਖੀਏ ਘਰਾਂ ਦੇ ਵਿੱਚ ਇੱਕ ਦੂਸਰੇ ਨਾਲ, ਕਈ ਵਾਰੀ ਲੋਕ ਝਗੜ ਪੈਂਦੇ ਆ, ਕੋਈ ਭੈਣ ਭਰਾ ਹੀ ਝਗੜ ਪੈਂਦੇ ਆ, ਅਤੇ ਕਿਸੇ ਨੇ ਕੁਛ ਕਿਹਾ ਅਤੇ ਝਗੜਾ ਸ਼ੁਰੂ ਹੋ ਗਿਆ, ਸ਼ਬਦ ਦੀ ਚੋਟ ਲੱਗੀ।
ਤੇ ਅਗਲੀ ਵਾਰ ਤੁਸੀਂ ਸਮਝਿਆ ਕਿ ਮੈਂ ਆਪਣੇ ਆਪ ਨੂੰ ਬਦਲਣਾ ਇਸ ਤਰੀਕੇ ਨਾਲ ਆ ਕਿ ਪ੍ਰਮਾਤਮਾ ਮੇਰੇ ਤੇ ਪ੍ਰਸੰਨ ਹੋਵੇ ਤੇ ਮੈਂ ਆਪਣੇ ਆਪ ਨੂੰ ਸਵਾਰਾਂ। ਤੇ ਅਗਲੀ ਵਾਰ ਕੋਈ ਮੈਨੂੰ ਸ਼ਬਦ ਦੀ ਚੋਟ ਜੇ ਮਾਰੇ, ਮੈਂ ਭਾਵਕ ਨਹੀਂ ਹੋਣਾ, ਮੈਂ ਆਪਣਾ ਸਹਿਜ ਰੱਖਣਾ ਆ। ਪਿਤਾ ਜੀ ਕਹਿੰਦੇ ਹੁੰਦੇ ਸੀ ਜੇ ਕੋਈ ਦਾ ਸ਼ਬਦ ਦੀ ਚੋਟ ਵੀ ਸਾਨੂੰ ਮਾਰਦਾ ਆ, ਤੁਹਾਡੇ ਅੰਦਰ ਪਾਵਰ ਆ ਕਿ ਤੁਸੀਂ ਉਸ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਕਿ ਨਹੀਂ। ਜਿਵੇਂ ਅਸੀਂ ਸੁਰਤੀ ਪਾਸੇ ਲੈ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ, ਇਹ ਇੱਕ ਧਿਆਨ ਦੀ ਕਲਾ ਹੈ। ਧਿਆਨ ਦਾ ਇਸਤੇਮਾਲ ਕਰਕੇ ਤੁਸੀਂ ਧਿਆਨ ਆਪਣਾ ਪਾਸੇ ਕਰ ਸਕਦੇ, ਆਪਣੇ ਸਿਮਰਨ ਵਿੱਚ ਲਾਓ। ਅਗਲਾ ਜਿਹੜਾ ਤੁਹਾਨੂੰ ਸ਼ਬਦ ਦੀ ਚੋਟ ਮਾਰਦਾ ਆ, ਉਹਦੇ ਕੋਲ ਉਨਾ ਕੁ ਮਸਾਲਾ ਕਾਇਮ ਹੁੰਦਾ ਆ ਤੇ ਉਹ ਸਾਰਾ ਸ਼ਬਦਾਂ ਰਾਹੀਂ ਤੁਹਾਡੇ ਵੱਲ ਨੂੰ ਸਿੱਟ ਦਿੰਦਾ। ਜਦੋਂ ਉਹਨੇ ਸਿੱਟ ਦਿੱਤਾ, ਤੁਹਾਨੂੰ ਪਤਾ ਲੱਗ ਗਿਆ ਕਿ ਇਹਦਾ ਫਿਊਲ ਖਤਮ ਹੋ ਗਿਆ, ਤੁਸੀਂ ਵਾਪਸ ਆਪਣਾ ਧਿਆਨ ਲਾਓ। ਤੇ ਪਿਤਾ ਜੀ ਤੋਂ ਇੱਕ ਸਿੱਖਿਆ ਸਾਨੂੰ ਬਹੁਤ ਵਧੀਆ ਮਿਲੀ ਕਿ ਪਿਤਾ ਜੀ ਜੇ ਕਦੇ ਵੀ ਮਹਿਸੂਸ ਕਰਦੇ ਸੀ ਕਿ ਕੋਈ ਨਾਰਾਜ਼ ਹੈ ਜਾਂ ਕੁਝ, ਪਿਤਾ ਜੀ ਉਸ ਵਿਅਕਤੀ ਨੂੰ ਵੱਧ ਪਿਆਰ ਦਿਖਾਉਂਦੇ ਸੀਗੇ। ਪਿਆਰ ਜਿਹੜਾ ਆ ਹਰੇਕ ਦਾ ਹਿਰਦਾ ਜਿੱਤ ਲੈਂਦਾ ਹੈ। ਗੁਰਬਾਣੀ ਵਿੱਚ ਹੁਣ ਆਪਾਂ ਨੂੰ ਨਾਮ ਜਪਣ ਬਾਰੇ ਦੱਸਿਆ ਕਿ ਕਹਿੰਦੇ ਜਿੰਨੇ ਵੀ ਸ੍ਰਿਸ਼ਟੀ ਤੇ ਰਾਜੇ ਨੇ ਸਾਰੇ ਦੁਖੀ ਆ, ਸਾਰਾ ਸੰਸਾਰ ਹੀ ਦੁਖੀ ਹੈ। ਕਿਸੇ ਨੂੰ ਕੋਈ ਦੁੱਖ ਲੱਗਾ ਹੈ, ਕਿਸੇ ਨੂੰ ਦੁੱਖ ਲੱਗਾ ਹੈ। ਅਸੀਂ ਦੇਖਦੇ ਹਾਂ ਕਿ ਜਿਹੜੇ ਸੰਸਾਰ ਵਿੱਚ ਰਾਜੇ ਆ ਜਾਂ ਇਹ ਬਹੁਤ ਸੁਖੀ ਹੋਣਗੇ, ਇਹਨਾਂ ਕੋਲ ਧਨ ਆ। ਤੇ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਕਿ ਜਿੰਨੇ ਵੀ ਸੰਸਾਰ ਵਿੱਚ ਰਾਜੇ ਵੀ ਨੇ ਉਹ ਵੀ ਦੁਖੀ ਨੇ। ਤੇ ਸੁਖੀ ਹੋਣ ਦਾ ਤਰੀਕਾ ਸਾਨੂੰ ਸਾਰਿਆਂ ਨੂੰ ਦੱਸਿਆ ਹੈ। ਕਿਸੇ ਵੀ ਮਜ਼ਹਬ ਵਿੱਚ ਅਸੀਂ ਹੈਗੇ ਹਾਂ, ਮਹਾਰਾਜ ਕਹਿੰਦੇ ਤੁਸੀਂ ਸੁੱਖ ਲੈ ਸਕਦੇ ਹੋ, ਹਰ ਕਾ ਨਾਮ ਜਪਤ ਹੋਏ ਸੁਖੀਆ, ਕਿ ਹਰੀ ਦਾ ਨਾਮ ਜਪ ਕੇ ਹੀ ਸੁੱਖ ਮਿਲਣਾ। ਤੇ ਗੁਰੂ ਦੀ ਮੱਤ ਲੈ ਕੇ ਵਿਵੇਕ ਬੁੱਧ ਆਉਣੀ ਸਾਨੂੰ। ਹਾਂਜੀ, ਇੱਕ ਗੁਰਮੁਖਾਂ ਨੇ ਕਿਹਾ ਕਿ ਅੱਜ ਦੀ ਕਥਾ ਦੇ ਨਾਲ ਮੇਰੀਆਂ ਅੱਖਾਂ ਖੁੱਲ ਗਈਆਂ ਕਿ ਅਸਲ ਸੱਚਾਈ ਕੀ ਹੈ, ਕਿ ਕਿਵੇਂ ਅਸੀਂ ਵਿਵੇਕ ਬੁੱਧ ਵਰਤ ਸਕਦੇ ਹਾਂ। ਇਹੀ ਸਤਸੰਗਤ ਦਾ ਫਾਇਦਾ ਹੁੰਦਾ ਆ। ਸੰਗਤ ਵਿੱਚ ਨਾ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਗੁਰਬਾਣੀ ਰਾਹੀਂ। ਹੁਣ ਜਿਵੇਂ ਮੈਂ ਬਚਪਨ ਦੇ ਵਿੱਚ ਹਿਸਟਰੀ ਤਾਂ ਬਹੁਤ ਪੜ੍ਹੀ, ਜੋਸ਼ ਬੜਾ ਆਉਂਦਾ ਸੀਗਾ ਅਤੇ ਇੱਦਾਂ, ਪਰ ਜਦੋਂ ਭਗਤੀ ਸ਼ੁਰੂ ਕਰਦੇ ਹਾਂ ਫਿਰ ਸਾਡਾ ਜਿਹੜਾ ਮਨ ਆ ਉਹ ਜੋਸ਼ ਦੇ ਨਾਲ ਹੋਸ਼ ਨੂੰ ਰੱਖਦਾ ਹੁੰਦਾ ਹਮੇਸ਼ਾ, ਫਿਰ ਵਿਵੇਕਤਾ ਨਾਲ ਵਿਚਾਰ ਕਰਦਾ ਹਰੇਕ ਗੱਲ। ਤਾਂ ਹੀ ਜਿੱਦਾਂ ਅਸੀਂ ਪਿਤਾ ਜੀ ਦੀ ਸੰਗਤ ਕੀਤੀ ਅਤੇ ਉਹ ਵਿਵੇਕਤਾ ਜਿਹੜੀ ਆ ਉਹ ਉਤਪੰਨ ਹੋਈ। ਹਾਂਜੀ, ਤਾਂ ਉਹ ਫਰਕ ਪੈਂਦਾ ਸੰਗਤ ਦੇ ਨਾਲ। ਇੱਕ ਗੁਰਮੁਖ ਨੇ ਸਵਾਲ ਕੀਤਾ, ਮਨ ਉਦਾਸ ਰਹਿੰਦਾ ਹੈ ਭਾਈ ਸਾਹਿਬ, ਖੁਸ਼ ਕਿਵੇਂ ਰਹੀਏ ਜੀ? ਹਾਂਜੀ, ਗੁਰਬਾਣੀ ਵਿੱਚ ਸਾਨੂੰ ਖੁਸ਼ ਰਹਿਣ ਦੇ ਤਰੀਕੇ ਦੱਸੇ ਹੋਏ। ਜਿਹੜੀ ਸਾਡੀ ਉਦਾਸੀ ਆ, ਇਹਨੂੰ ਉਦਾਸੀ ਨੂੰ ਕਿਵੇਂ ਦੂਰ ਕਰ ਸਕਦੇ। ਹੁਣ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ, ਕਿਸੇ ਨੂੰ ਕਿਸੇ ਚੀਜ਼ ਦੀ ਉਦਾਸੀ ਹੈਗੀ ਆ ਕੋਈ, ਕਿਉਂਕਿ ਜਦੋਂ ਸਾਡੀ ਜਿੱਦਾਂ ਕੋਈ ਇੱਛਾ ਪੂਰੀ ਨਹੀਂ ਹੁੰਦੀ ਫਿਰ ਵੀ ਮਨ ਉਦਾਸ ਹੋ ਜਾਂਦਾ। ਕਈ ਵਾਰੀ ਸਾਡੇ ਕੋਲ ਸਾਰਾ ਕੁਝ ਹੁੰਦਾ ਫਿਰ ਵੀ ਮਨ ਉਦਾਸ ਹੋ ਜਾਂਦਾ। ਇਹ ਉਦਾਸ ਮਨ ਦਾ ਕੀ ਕਾਰਨ ਹੈ? ਕਿਉਂਕਿ ਮਨ ਨੂੰ ਇਹਦੀ ਖੁਰਾਕ ਨਹੀਂ ਮਿਲਦੀ। ਜਦੋਂ ਅਸੀਂ ਇਹਨੂੰ ਖੁਰਾਕ ਦਿੰਦੇ ਹਾਂ, ਕਿਉਂਕਿ ਸਾਡੇ ਜਿਹੜੇ ਮਨ ਦੀ ਖੁਰਾਕ ਹੈ ਉਹ ਨਾਮ ਰਸ ਹੈ, ਹਰ ਰਸ ਹੈ, ਬ੍ਰਹਮ ਰਸ ਹੈ। ਦੂਜਾ ਮਹਾਰਾਜ ਕਹਿੰਦੇ ਜਦੋਂ ਸਾਡਾ ਮਨ ਸਾਡੇ ਵੱਸ ਵਿੱਚ ਨਹੀਂ ਆਉਂਦਾ, ਕਦੇ ਦੁੱਖ ਵਿੱਚ ਚਲਾ ਜਾਂਦਾ, ਕਦੇ ਸੁੱਖ ਵਿੱਚ। ਜਿਹੜੇ ਦੁਨਿਆਵੀ ਦੁੱਖ ਸੁੱਖ ਹੈ, ਦੋ ਕੱਪੜੇ ਪਾਏ ਹੋਏ ਸਾਨੂੰ, ਸੁੱਖ ਦੁੱਖ ਦੋ ਇਧਰ ਕੱਪੜੇ ਪਹਿਰੇ ਜਾਏ ਮਨੋ। ਤੇ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਦੱਸਦੇ ਆ ਕਿ ਇਹ ਮਨ ਸੁਖੀ ਰਹੇਗਾ, ਖੁਸ਼ ਰਹੇਗਾ ਜਦੋਂ ਇਹਨੂੰ ਇਹਦੀ ਖੁਰਾਕ ਮਿਲੇਗੀ, ਇਹਨੂੰ ਮਕਸਦ ਆਪਦਾ ਪਤਾ ਲੱਗ ਗਿਆ। ਹੁਣ ਸੰਸਾਰ ਵਿੱਚ ਆਪਾਂ ਕਹਿੰਦੇ ਕਿ ਜਿਹਦੇ ਕੋਲ ਬਹੁਤ ਧਨ ਆ ਉਹ ਧਨਵੰਤ ਆ, ਤੇ ਮਹਾਰਾਜ ਨੇ ਸਾਨੂੰ ਦੱਸਿਆ ਆ ਕਿ ਉਹ ਧਨਵੰਤ ਆ ਜਿਹਨੇ ਆਪਣੀ ਬੁੱਧ ਨੂੰ ਵਿਵੇਕ ਕਰ ਲਿਆ। ਤੇ ਮਹਾਰਾਜ ਕਹਿੰਦੇ ਸੋ ਧਨਵੰਤਾ ਜਿਸ ਬੁੱਧ ਵਿਵੇਕ। ਸੋ ਅਸੀਂ ਜਦੋਂ ਗੁਰਬਾਣੀ ਪੜ੍ਹਨੀ ਆ, ਇੱਕ ਪ੍ਰੀਤ ਬਣ ਜਾਂਦੀ ਹੈ ਸਾਡੀ। ਮਹਾਰਾਜ ਕਹਿੰਦੇ ਜਦੋਂ ਉਹ ਪ੍ਰੀਤ ਬਣ ਜਾਂਦੀ ਹੈ, ਉਹ ਸੰਗਤ ਵਿੱਚ ਆ ਕੇ ਸਾਡੀ ਪ੍ਰੀਤ ਬਣਦੀ ਹੈ। ਤੇ ਪ੍ਰੀਤ ਤੋਂ ਬਿਨਾਂ ਫਿਰ ਭਗਤੀ ਨਹੀਂ ਹੁੰਦੀ, ਕਿਉਂਕਿ ਕਈ ਵਾਰੀ ਅਸੀਂ ਹੱਠ ਨਾਲ ਲੱਗੇ ਰਹਿੰਦੇ ਹਾਂ ਪਰ ਉਹ ਗੱਲ ਨਹੀਂ ਬਣਦੀ। ਅਸੀਂ ਕਹਿੰਦੇ ਕਿ ਅਸੀਂ ਤਾਂ ਇੰਨੇ ਘੰਟੇ ਲਾ ਲਏ ਪਰ ਗੱਲ ਨਹੀਂ ਬਣੀ। ਉੱਥੇ ਕੀ ਕਰਨਾ ਹੁੰਦਾ ਹੈ? ਕਈ ਵਾਰੀ ਹੁੰਦਾ ਮਹਾਰਾਜ ਗੁਰਬਾਣੀ 'ਚ ਕਹਿੰਦੇ ਇਹ ਮਨੁਆ ਕਿਉਂ ਕਰ ਵਸ ਆਵੇ, ਕਿ ਸਾਡਾ ਜਿਹੜਾ ਮਨ ਕਿਵੇਂ ਵਸ ਆਵੇ। ਕਿ ਹੁਣ ਸਾਡੇ ਵੱਸ 'ਚ ਨਹੀਂ ਉਦਾਸੀ ਆ ਜਾਂਦੀ ਹੈ, ਸਾਡੇ ਵੱਸ 'ਚ ਨਹੀਂ ਕਿ ਅਸੀਂ ਦੁਖੀ ਹੋ ਜਾਂਦੇ ਜਾਂ ਖੁਸ਼ ਹੋ ਜਾਂਦੇ ਹਾਂ। ਅਤੇ ਮਹਾਰਾਜ ਨੇ ਆਪਾਂ ਨੂੰ ਬਰਾਬਰ ਕਰਨ ਲਈ ਇਹ ਦੱਸਿਆ ਹੈ ਕਿ ਜਦੋਂ ਇਹ ਸਾਡਾ ਸੰਤੁਲਨ ਵਿਗਾੜਿਆ ਜਾਂਦਾ ਆ, ਜਿਹਨੂੰ ਬਿਖਮ ਨਦੀ ਵੀ ਕਿਹਾ ਆ ਨਾਸਕਾਂ ਦਾ, ਅਤੇ ਜਦੋਂ ਅਸੀਂ ਇਸ ਸੰਤੁਲਨ ਨੂੰ ਠੀਕ ਕਰ ਲੈਂਦੇ ਹਾਂ, ਸਾਡੀ ਰਸਨਾ 'ਤੇ ਰਸ ਆਉਣਾ ਸ਼ੁਰੂ ਹੋ ਜਾਂਦਾ, ਫਿਰ ਮਨ ਉਦਾਸ ਨਹੀਂ ਹੁੰਦਾ, ਫਿਰ ਮਨ ਆਨੰਦ ਦੇ ਵਿੱਚ ਰਹਿੰਦਾ ਹੈ। ਅਤੇ ਜੋ ਆਨੰਦ ਸਾਨੂੰ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਦੱਸਿਆ। ਇੱਕ ਗੁਰਮੁਖਾਂ ਨੇ ਕਿਹਾ ਹੋਇਆ ਕਿ ਅੱਜ ਦੀ ਜਿਹੜੀ ਰਿਕਾਰਡਿੰਗ ਹੈ ਪੋਡਕਾਸਟ ਦੀ, ਉਹ ਭੇਜਿਓ ਕਿ ਜਿਹੜੀ ਯੂਥ ਆ, ਯੰਗ ਜਨਰੇਸ਼ਨ, ਉਹਨਾਂ ਦੀਆਂ ਅੱਖਾਂ ਖੁੱਲ੍ਹਣਗੀਆਂ।
ਮਹਾਰਾਜ ਕਿਰਪਾ ਕਰਨ ਐਕਚੁਅਲੀ ਬਿਹਾਈਂਡ ਇਨ ਆਲ ਮਾਈ ਰਿਕਾਰਡਿੰਗਸ ਮੈਂ ਐਡਿਟ ਕਰਕੇ ਕਰਦਾ ਹੁੰਦਾ ਸਾਰਾ ਹੋਪਫੁਲੀ ਆਈ ਕੈਨ ਗੈਟ ਦੈਟ ਡਨ ਸੂਨ ਅਜੇ ਪਿਛਲੇ ਹਫਤੇ ਦੀ ਵੀ ਰਿਕੁਐਸਟ ਪਈ ਹੈ ਇੱਕ ਸਵਾਲ ਆਇਆ ਕਹਿੰਦੇ ਵਾਹਿਗੁਰੂ ਜੀ I heard on YouTube that we should not chant with our rasna but do simran with jyot in the eyes. ਉਹਨਾਂ ਨੇ YouTube ਤੇ ਸੁਣਿਆ ਸੀ ਕਿ ਰਸਨਾ ਦੁਆਰਾ ਜਾਪ ਨਹੀਂ ਕਰਨਾ ਚਾਹੀਦਾ ਸਿਮਰਨ ਕਰਨਾ ਚਾਹੀਦਾ ਆ ਅੱਖਾਂ ਦੀ ਜੋਤ ਦੇ ਨਾਲ ਮਹਾਰਾਜ ਨੇ ਗੁਰਬਾਣੀ 'ਚ ਆਪਾਂ ਨੂੰ ਰਸਨਾ ਦੁਆਰਾ ਸਿਮਰਨ ਕਰਨਾ ਦੱਸਿਆ ਮਹਾਰਾਜ ਕਹਿੰਦੇ ਜਿਹੜੀ ਰਸਨਾ ਸਿਮਰਨ ਨਹੀਂ ਕਰਦੀ ਮਹਾਰਾਜ ਕਹਿੰਦੇ ਉਹਨੂੰ ਕੱਟ ਦਿਓ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ ਹੁਣ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੋਰਤ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹੁਣ ਜਦੋਂ ਅਸੀਂ ਰਸਨਾ ਦੁਆਰਾ ਮਹਾਰਾਜ ਕਹਿੰਦੇ ਰਸਨਾ ਜਦੋਂ ਵਾਹੋ ਵਾਹੀ ਕਰਦੇ ਹਾਂ ਤੇ ਰਸਨਾ ਸਾਡੀ ਸੁਹਾਵਣੀ ਹੋ ਜਾਂਦੀ ਇਹ ਜਪਣਾ ਅਸੀਂ ਰਸਨਾ ਦੁਆਰਾ ਮਹਾਰਾਜ ਕਹਿੰਦੇ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ ਜਿਨ੍ਹਾਂ ਭਗਤਾਂ ਨੇ ਗੁਰੂ ਸਾਹਿਬਾਨ ਨੇ ਭਗਤੀ ਮਾਰਗ ਤੇ ਚੱਲ ਕੇ ਆਪਣੇ ਆਪ ਦਾ ਜਿਹੜਾ ਭੇਦ ਦਿੱਤਾ ਸਾਨੂੰ ਕਿ ਕਿਵੇਂ ਅਸੀਂ ਆਪਣੀ ਖੋਜ ਕਰਨ ਲਈ ਮਹਾਰਾਜ ਕਹਿੰਦੇ ਕਿ ਇਹ ਬੋਲਣਾ ਪੈਂਦਾ ਸਾਨੂੰ ਰਸਨਾ ਦੁਆਰਾ ਜਪਣਾ ਪੈਂਦਾ ਤੇ ਜਦੋਂ ਅਸੀਂ ਜਪਦੇ ਆ ਜਿਹੜੇ ਜੋਤ ਨੇਤਰਾਂ 'ਚ ਰੱਖੀ ਹੋਈ ਹੈ ਮਹਾਰਾਜ ਕਹਿੰਦੇ ਇਹ ਨੇਤਰ ਮੇਰਿਓ ਹਰ ਤੁਮ ਮੈਂ ਜੋਤ ਧਰੀ ਉਹ ਜਿਹੜੀ ਜੋਤ ਧਰੀ ਆ ਉੱਥੇ ਹੀ ਮਨ ਬੈਠਦਾ ਸਾਡਾ ਮਹਾਰਾਜ ਕਹਿੰਦੇ ਮਨ ਮੈਂ ਜੋਤ ਮੈਂ ਮਨੁਆ ਹੁਣ ਅਸੀਂ ਕੀ ਕਰਨਾ ਹੁੰਦਾ ਹੈ ਧਿਆਨ ਦੀ ਅਵਸਥਾ 'ਚ ਲੈ ਕੇ ਜਾਣਾ ਹੁੰਦਾ ਇਸ ਮਨ ਨੂੰ ਹੁਣ ਅਸੀਂ ਬਚਪਨ ਤੋਂ ਆਦੀ ਹੋਏ ਹਾਂ ਬਾਹਰ ਦੇਖਣ ਦੇ ਇੱਕ ਦੂਜੇ ਨੂੰ ਦੇਖਣ ਦੇ ਲੇਕਿਨ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ ਸਾਰਾ ਇਹ ਦ੍ਰਿਸ਼ਟਮਾਨ ਸਾਨੂੰ ਦਿਸਣਾ ਬੰਦ ਹੋ ਜਾਂਦਾ ਮਹਾਰਾਜ ਨੇ ਆਪਾਂ ਨੂੰ ਦੱਸਿਆ ਉਸ ਜੋਤ ਦਾ ਫਿਰ ਅਸੀਂ ਅੰਤਰਗਤ ਇਸਤੇਮਾਲ ਕਰਨਾ ਹੁੰਦਾ ਹੈ ਮਹਾਰਾਜ ਕਹਿੰਦੇ ਸਭ ਮੈਂ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੁਆਰਾ ਉਹ ਜੋਤ ਪ੍ਰਗਟ ਹੁੰਦੀ ਤੇ ਸਾਨੂੰ ਉਹ ਫਿਰ ਅਕਲ ਤੇ ਜੋਤ ਸਿਖਾਈ ਜਾਂਦੀ ਕਿ ਜਦੋਂ ਅਸੀਂ ਨੇਤਰ ਬੰਦ ਕਰ ਲੈਂਦੇ ਆ ਇਹ ਜੋਤ ਦਾ ਜਿਹੜਾ ਮਨ ਸਾਡਾ ਇੱਥੇ ਬੈਠਾ ਹੋਇਆ ਨੇਤਰਾਂ 'ਚ ਇਹਨੇ ਧਿਆਨ ਦੀ ਅਵਸਥਾ ਚਲੇ ਜਾਣਾ ਜਿਵੇਂ ਆਪਾਂ ਪਿਛਲੀ ਵਾਰ ਵਿਚਾਰ ਕੀਤੀ ਸੀ ਮਨ ਨੂੰ ਸੁਰਤੀ ਮਤ ਬੁੱਧ ਧਿਆਨ ਕਿਹਾ ਹੈ ਫਿਰ ਇਹਨੂੰ ਧਿਆਨ ਦੀ ਅਵਸਥਾ ਵਿੱਚ ਲੈ ਜਾਣਾ ਹੁੰਦਾ ਇਸ ਮਨ ਨੂੰ ਤੇ ਮਹਾਰਾਜ ਨੇ ਕਿਹਾ ਇਹ ਧਿਆਨ 'ਚ ਕਿਵੇਂ ਲੈ ਕੇ ਜਾਣਾ ਕਿ ਕਿਵੇਂ ਸਾਡੇ ਵਿਚਾਰ ਰੁਕਣ ਕਹਿੰਦੇ ਧੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ ਕਿ ਧੁਨ ਕਹਿੰਦੇ ਆਵਾਜ਼ ਨੂੰ ਕਿ ਜਿਹੜੀ ਤੁਹਾਡੀ ਆਵਾਜ਼ ਹੈ ਪ੍ਰਗਟ ਹੁੰਦੀ ਉਹਨੂੰ ਅਸੀਂ ਸੁਣਨਾ ਹੈ ਇਹ ਅਸੀਂ ਉਦੋਂ ਸੁਣਦੇ ਜਦੋਂ ਰਸਨਾ ਦੁਆਰਾ ਬੋਲਾਂਗੇ ਕੰਨਾਂ ਦੁਆਰਾ ਉਹਨੂੰ ਸੁਣਾਂਗੇ ਇਹਨਾਂ ਗਿਆਨ ਇੰਦਰੀਆਂ ਨੂੰ ਅਸੀਂ ਅੰਤਰਗਤ ਲੈ ਕੇ ਜਾਣਾ ਜੇ ਅਸੀਂ ਅੱਖਾਂ ਖੋਲ ਕੇ ਦੇਖੀ ਜਾਓਗੇ ਬਾਹਰ ਤੁਸੀਂ ਜ਼ਿਆਦਾ ਦੇਰ ਨਹੀਂ ਦੇਖ ਸਕਦੇ ਕਿਉਂਕਿ ਸਾਡੀਆਂ ਅੱਖਾਂ ਫਿਰ ਫਰਕਦੀਆਂ ਵੀ ਆ ਕਈਆਂ ਦਾ ਸਿਰ ਦੁਖਣ ਲੱਗ ਜਾਂਦਾ ਆ ਕਈਆਂ ਦਾ ਫਿਰ ਅੱਖਾਂ 'ਚੋਂ ਪਾਣੀ ਆਉਣ ਲੱਗ ਪੈਂਦਾ ਇਹਨਾਂ ਨੇਤਰਾਂ 'ਚ ਜਿਹੜਾ ਮਨ ਬੈਠਾ ਇਹਨੂੰ ਧਿਆਨ ਦੀ ਅਵਸਥਾ ਵਿੱਚ ਲੈ ਕੇ ਜਾਣਾ ਹੁੰਦਾ ਤੇ ਜਦੋਂ ਆਪਾਂ ਅੱਖਾਂ ਬੰਦ ਕਰਕੇ ਰਸਨਾ ਦੁਆਰਾ ਜਪ ਕੇ ਤੇ ਕੰਨਾਂ ਦੁਆਰਾ ਸੁਣਦੇ ਆ ਫਿਰ ਇਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਮਨ ਆ ਉਹ ਵਿਚਾਰਾਂ ਤੋਂ ਰਹਿਤ ਹੁੰਦਾ ਕਿਉਂਕਿ ਦੇਖੀ ਜਾਵਾਂਗੇ ਤਾਂ ਮਹਾਰਾਜ ਕਹਿੰਦੇ ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿਨ ਸਦ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਕਹਿੰਦੇ ਕਿ ਰਸਨਾ ਦੁਆਰਾ ਉਚਾਰ ਕੇ ਤੇ ਸਰਵਣਾ ਦੁਆਰਾ ਸੁਣਨਾ ਧਿਆਨ ਨੂੰ ਅੰਤਰਗਤ ਲੈ ਕੇ ਜਾਣਾ ਤੇ ਮਹਾਰਾਜ ਕਹਿੰਦੇ ਉਹ ਧਨ ਨੇ ਉਹਨਾਂ ਦੇ ਅਸੀਂ ਬਲਿਹਾਰ ਜਾਣਦੇ ਆ ਜਿਨ੍ਹਾਂ ਦਾ ਧਿਆਨ ਪਾਰ ਬ੍ਰਹਮ ਦੇ ਵਿੱਚ ਹੈ ਹਾਂਜੀ ਸੋ ਜਿਵੇਂ ਗੁਰਮੁਖਾਂ ਨੇ ਹੁਣੀ ਸੁਣਾਇਆ ਰਸਨਾ ਦੁਆਰਾ ਜਾਪ ਕਰਨਾ ਜ਼ਰੂਰੀ ਆ ਇਹ ਜੋਤ ਜਿਹੜੀ ਆ ਨੇਤਰਾਂ ਦੇ ਵਿੱਚ ਰੱਖੀ ਹੋਈ ਆ ਸਭ ਤੋਂ ਪਹਿਲਾਂ ਜਦੋਂ ਰਸਨਾ ਦੁਆਰਾ ਜਾਪ ਕਰਦੇ ਆ ਤੇ ਧੁਨ ਵਿੱਚ ਆਵਾਜ਼ ਵਿੱਚ ਧਿਆਨ ਲਾਉਂਦੇ ਆ ਤੇ ਸਾਡਾ ਜਿਹੜਾ ਮਨ ਆ ਇਹਨਾਂ ਅੱਖਾਂ ਨੂੰ ਛੱਡ ਕੇ ਧੁਨ ਵਿੱਚ ਚਲੇ ਜਾਂਦਾ ਹੈ ਤੇ ਫਿਰ ਇਸ ਅੱਖਾਂ ਤੋਂ ਵੀ ਉੱਪਰ ਉੱਠ ਜਾਂਦਾ ਹੈ ਸੋ ਮੈਨੂੰ ਪਤਾ ਹੈ ਕਿ ਕਈ ਗਰੁੱਪਾਂ ਆ ਜਿਹੜੇ ਉਹ ਕਹਿ ਦਿੰਦੇ ਆ ਕਿ ਅੱਖਾਂ ਦੁਆਰਾ ਹੀ ਕਰਨਾ ਹੈ ਤੇ ਜਾਪ ਕਰਨਾ ਨਹੀਂ ਪਰ ਉਹਨਾਂ ਨੇ ਪੂਰੀ ਤਰ੍ਹਾਂ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ ਹੁੰਦੀ ਜੋਤ ਦਾ ਇਸਤੇਮਾਲ ਕਰਨਾ ਆ ਉਹ ਕਿਸੇ ਪੁਆਇੰਟ ਤੇ ਜਾ ਕੇ ਕਰਨਾ ਹੈ ਜਦੋਂ ਅਸੀਂ ਅਨਹਦ ਸ਼ਬਦਾਂ ਦੇ ਵਿੱਚ ਨਾਮ ਵਿੱਚ ਸਮਾ ਕੇ ਜਾਂਦੇ ਆ ਜਾਂ ਜਿਨ੍ਹਾਂ ਨੇ ਬਾਹਰ ਬ੍ਰਹਮ ਜੋਤ ਦੇ ਦਰਸ਼ਨ ਕੀਤੇ ਆ ਸਹੀ ਵਿਧੀ ਅਨੁਸਾਰ ਉਹਨਾਂ ਨੂੰ ਇਹ ਤਰੀਕਾ ਮਿਲਦਾ ਪੰਜ ਪਿਆਰਿਆਂ ਰਾਹੀਂ ਜਾਂ ਕੀ ਹੁੰਦਾ ਹੈ ਕਿ ਉਹਨਾਂ ਨੇ ਫਿਰ ਅੰਤਰਗਤ ਨਹੀਂ ਤਾਂ ਅਭਿਆਸ ਜੇ ਕਿਸੇ ਨੇ ਕੀਤਾ ਆ ਤੇ ਮਹਾਰਾਜ ਕਿਰਪਾ ਕਰਦੇ ਉਹਨਾਂ ਨੂੰ ਵਿਧੀ ਬਖਸ਼ਦੇ ਆ ਤੇ ਉਹ ਫਿਰ ਉਸ ਪੁਆਇੰਟ ਤੇ ਜਾ ਕੇ ਕਿਤੇ ਉਹ ਵਰਤੀ ਜਾਂਦੀ ਆ ਜਿਨ੍ਹਾਂ ਨੇ ਪੰਜ ਪਿਆਰਿਆਂ ਰਾਹੀਂ ਜੋਤ ਬਾਹਰ ਦਰਸ਼ਨ ਕੀਤੇ ਹੋਏ ਆ ਉਹ ਤਾਂ ਪ੍ਰੈਕਟਿਸ ਕਰ ਹੀ ਸਕਦੇ ਆ ਤੇ ਕਈ ਜਿਨ੍ਹਾਂ ਨੇ ਨਹੀਂ ਐਸਾ ਕੀਤਾ ਤੁਸੀਂ ਆਪਣਾ ਰਸਨਾ ਦੁਆਰਾ ਜਾਪ ਕਰਕੇ ਫਿਰ ਕਿਸੇ ਮੰਜ਼ਿਲ ਤੇ ਪਹੁੰਚ ਕੇ ਫਿਰ
ਜਿਹੜੀ ਜੋਤ ਦਾ ਇਸਤੇਮਾਲ ਕੀਤਾ ਜਾਊਗਾ। ਹਾਂਜੀ, ਜਦੋਂ ਵੀ ਅਸੀਂ ਕਿਸੇ ਨੂੰ ਸੁਣਦੇ ਨਹੀਂ, ਉਹਨੂੰ ਗੁਰਬਾਣੀ ਦੀ ਕਸਵੱਟੀ ਤੇ ਉਤਾਰਨਾ ਹੁੰਦਾ। ਜਿੱਦਾਂ ਹੁਣ ਗੁਰਮੁਖ ਦੱਸ ਰਹੇ ਕਿ ਬਾਹਰ ਧਿਆਨ ਲਾਉਣਾ, ਜਦੋਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਰਸਨਾ ਦੁਆਰਾ ਸਿਮਰਨ ਕਰਨ ਲਈ ਦੱਸਿਆ ਹੈ। ਰਸਨਾ ਜਪ ਜਪ ਜੀਵੈ ਸੁਆਮੀ, ਕਿ ਰਸਨਾ ਦੁਆਰਾ ਜਪ ਜਪ ਕੇ। ਹੁਣ ਜਦੋਂ ਅਸੀਂ ਬੋਲਦੇ ਹਾਂ ਰਸਨਾ ਦੁਆਰਾ ਹੀ ਬੋਲ ਰਹੇ, ਇਹਨੂੰ ਜੇਵਾ ਵੀ ਕਿਹਾ। ਮਾਰੇ ਕਹਿੰਦੇ ਜੇਵਾ ਜਪ ਗੁਰ ਨਾਮ, ਕਿ ਜੇਵਾ ਦੁਆਰਾ ਜਪਣਾ ਆ ਅਸੀਂ। ਸੋ ਅਸੀਂ ਫਿਰ ਜਿਹੜੀ ਵੀ ਅਸੀਂ ਵਿਚਾਰ ਸੁਣਦੇ ਨਾ, ਉਹਨੂੰ ਗੁਰਬਾਣੀ ਦੀ ਕਸਵੱਟੀ ਤੇ ਉਤਾਰਨਾ ਹੁੰਦਾ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ। ਹਾਂਜੀ, ਤੇ ਇੱਕ ਹੋਰ ਗੱਲ ਕਰ ਦਵਾਂ, ਕਈ ਵਾਰੀ ਹੁੰਦਾ ਹੈ ਕਿ ਕਈ ਕਹਿ ਦਿੰਦੇ ਆ ਕਿ ਜਿਹੜਾ ਹਨੇਰਾ ਆ ਉਹਦੇ ਵਿੱਚ ਵੇਖੀ ਜਾਓ। ਜੇ ਤੁਸੀਂ ਇਹਦਾ ਸਿੱਧਾ ਦੇਖੀ ਜਾਓਗੇ ਤਾਂ ਤੁਹਾਨੂੰ ਰੰਗ ਦਿਸਣ ਲੱਗ ਪੈਣਗੇ 5 ਤੱਤਾਂ ਦੇ। ਤੇ ਕੀ ਹੁੰਦਾ ਆ ਕਿ ਜਿਹੜੇ ਅਨਾੜੀ ਸੰਤ ਆ ਉਹ ਕਹਿ ਦਿੰਦੇ ਆ ਕਿ ਇੱਥੇ ਜਿੱਥੇ ਤ੍ਰਿਕੁਟੀ ਹੁੰਦੇ ਆ ਉੱਥੇ ਧਿਆਨ ਨਾਲ ਆਪਣੀ ਆਈਜ਼ ਨੂੰ ਫੋਕਸ ਕਰੋ। ਇਹਦੇ ਨਾਲ ਵੀ ਕੀ ਹੁੰਦਾ ਹੈ ਕਿ ਤੁਸੀਂ ਗੰਧਰਵ ਨਗਰੀ ਦੇ ਵਿੱਚ ਪ੍ਰਵੇਸ਼ ਹੋ ਸਕਦੇ ਆ, ਕਿਉਂਕਿ ਜਿਉਂ-ਜਿਉਂ ਉਹ ਤਾਤਾਂ ਦੇ ਰੰਗ ਸ਼ੁਰੂ ਹੋਣ ਲੱਗ ਪੈਂਦੇ ਆ, ਤੁਹਾਨੂੰ ਅੰਦਰ ਤਸਵੀਰਾਂ ਦਿਸਣ ਲੱਗ ਪੈਣਗੀਆਂ, ਤੁਹਾਡਾ ਰਾਹ ਬਦਲ ਜਾਊਗਾ। ਤਾਂ ਹੀ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਆਵਾਜ਼ ਵਿੱਚ ਧਿਆਨ ਰੱਖਣਾ ਪਹਿਲਾਂ। ਧੁਨ ਮੇ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਫਿਰ ਜਦੋਂ ਅਸੀਂ ਸਰੀਰ ਤੋਂ ਉੱਪਰ ਉੱਠਦੇ ਆ, ਉਹ ਫਿਰ ਵੱਖਰੀ ਗੱਲ ਹੁੰਦੀ ਆ। ਫਿਰ ਅਸੀਂ ਗੰਧਰਵ ਨਗਰੀ ਦੇ ਵਿੱਚ ਇਹਨਾਂ ਤੱਤਾਂ ਦੇ ਕਬਜ਼ੇ 'ਚ ਨਾ ਆਉਂਗੇ। ਤਾਂ ਹੀ ਮਹਾਰਾਜ ਨੇ ਆਪਾਂ ਨੂੰ ਫਿਰ ਗੁਰਬਾਣੀ ਵਿੱਚ ਦੱਸਿਆ ਆ ਕਿ ਉਹ ਮੂਰਤ, ਉਹ ਘੜੀ ਸਫਲ ਆ ਜਦੋਂ ਤੁਸੀਂ ਰਸਨਾ ਦੁਆਰਾ ਹਰੀ ਨੂੰ ਉਚਾਰਦੇ ਆ। ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ, ਕੋਈ ਹਰ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ। ਮਹਾਰਾਜ ਕਹਿੰਦੇ ਸਫਲ ਮੂਰਤ ਸਫਲੋ ਘਰੀ ਜਿਤ ਰਸਨਾ ਉਚਰੇ ਹਰ ਹਰੀ। ਹਾਂਜੀ, ਇੱਕ ਸਵਾਲ ਆਇਆ ਹੋਇਆ। ਵਾਹਿਗੁਰੂ ਜੀ, recently I had out of body experience. I went in sleep while listening to Sajatun. There I heard a loud sound and I woke up, but my body was in sleep paralysis state. My mind was aware. Okay, ਇਹ ਪੰਜਾਬੀ ਦੇ ਵਿੱਚ ਪਹਿਲਾਂ ਟ੍ਰਾਂਸਲੇਟ ਕਰ ਦਿੰਦਾ। ਗੁਰਮੁਖਾਂ ਨੇ ਕਿਹਾ ਹੋਇਆ ਕਿ ਜਦੋਂ ਉਹਨਾਂ ਨੂੰ ਇੱਕ ਆਊਟ ਆਫ ਬਾਡੀ ਐਕਸਪੀਰੀਅੰਸ ਹੋਇਆ, ਜਿਵੇਂ ਕਿ ਸੁਖਮ ਬਾਹਰ ਨਿਕਲਦਾ ਹੈ, ਤੇ ਉਹ ਕਹਿੰਦੇ ਜਦੋਂ ਸੌਣ ਲੱਗੇ ਤਾਂ ਉਹਨਾਂ ਨੇ ਸਹਿਜ ਧੁਨ ਨੂੰ ਸੁਣਦੇ ਸੁਣਦੇ ਉਸ ਨੀਂਦ ਦੀ ਅਵਸਥਾ ਦੇ ਵਿੱਚ ਗੁਰਮੁਖ ਗਏ। ਸਹਿਜ ਧੁਨ ਨੂੰ ਸੁਣਦੇ ਸੁਣਦੇ ਸੌਂ ਗਏ। ਉੱਥੇ ਉਹਨਾਂ ਨੂੰ ਧਮਾਕਾ ਸੁਣਾਈ ਦਿੱਤਾ, ਉੱਠ ਗਏ ਤੇ ਕੀ ਹੋਇਆ ਕਿ ਜਿਹੜੀ ਬਾਡੀ ਸੀਗੀ, ਸਰੀਰ, ਉਹਨਾਂ ਨੂੰ ਪੈਰਾਲਾਈਜ਼ਡ ਲੱਗਿਆ, ਜਿਵੇਂ ਕਿ ਹਿਲਦਾ ਨਹੀਂ ਸੀਗਾ। ਇਹਨੂੰ ਕਹਿੰਦੇ ਸਲੀਪ ਪੈਰਾਲਿਸਿਸ। ਇਹ ਪਰ ਕਹਿੰਦੇ ਮਨ ਮੇਰਾ ਜਾਗਤ ਅਵਸਥਾ 'ਚ ਸੀ। ਸੋ ਆਈ ਵਾਂਟ ਟੂ ਸੇ ਕਿ ਤੁਹਾਡਾ ਅਭਿਆਸ ਬਹੁਤ ਵਧੀਆ ਚੱਲ ਰਿਹਾ ਆ। ਦੈਟਸ ਗੁੱਡ। ਜਾਗਤ ਸੁਪਨ ਤੇ ਸਕੋਪਤ ਅਵਸਥਾਵਾਂ ਦਾ ਪਤਾ ਲੱਗਣ ਲੱਗ ਪੈਂਦਾ ਜਦੋਂ ਅਸੀਂ ਅਭਿਆਸ ਕਰਦੇ ਹਾਂ। ਇਹ ਜਿਹੜੀ ਸਲੀਪ ਪੈਰਾਲਿਸਿਸ ਵਾਲੀ ਸਟੇਜ ਆ, ਜੇਕਰ ਤੁਸੀਂ ਇਸ ਦੇ ਵਿੱਚ ਪਹੁੰਚ ਜਾਂਦੇ, ਕਈ ਵਾਰੀ ਮਨ ਜਿਹੜਾ ਡਰ ਬਹੁਤ ਜਾਂਦਾ ਕਿ ਇਹ ਮੈਂ ਹਿਲਦਾ ਕਿਉਂ ਨਹੀਂ, ਉਸ ਵੇਲੇ ਕੀ ਕਰਨਾ ਹੈ ਕਿ ਆਪਣੀ ਸੁਰਤੀ ਆਪਣੇ ਉਂਗਲਾਂ ਦੇ ਵਿੱਚ, ਆਪਣੇ ਜਿਹੜੇ ਅੰਗੂਠੇ ਆ, ਟੋਜ਼, ਉਹਨਾਂ ਦੇ ਵਿੱਚ ਲਿਜਾ ਕੇ ਫਿਰ ਇਹਨਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕਰਨੀ। ਤੁਹਾਡੀ ਸੁਰਤੀ ਵਾਪਸ ਸਰੀਰ ਦੇ ਵਿੱਚ ਪੂਰੀ ਤਰ੍ਹਾਂ ਆ ਜਾਊਗੀ ਐਂਡ ਦੈਨ ਯੂ ਕੈਨ ਮੂਵ। ਬਟ ਇਫ ਜੇਕਰ ਤੁਸੀਂ ਦੁਬਾਰਾ ਸ਼ਬਦ ਨੂੰ ਪਕੜ ਕੇ ਇਸ ਸਰੀਰ ਤੋਂ ਉੱਪਰ ਉੱਠਣਾ ਚਾਹੁੰਦੇ, ਤੁਸੀਂ ਫਿਰ ਅਨਹਦ ਸ਼ਬਦਾਂ ਦੇ ਵਿੱਚ ਸਹਿਜ ਧੁਨ ਵਿੱਚ ਧਿਆਨ ਲਾ ਸਕਦੇ ਆ। ਗੁਰਮੁਖਾਂ ਨੇ ਕਿਹਾ, I wanted to share this over a call. Can you please tell me a good time when I can call you? I need to share some practical experiences and seek guidance. ਜ਼ਿਆਦਾਤਰ ਅਸੀਂ ਈਵਨਿੰਗ ਦੇ ਵਿੱਚ ਹੀ ਫ੍ਰੀ ਹੁੰਦੇ ਆ on certain days like Fridays and Tuesdays. ਗੁਰਮੁਖਾਂ ਨੇ ਕਿਹਾ ਹੈ ਕਿ how ਅਭਿਆਸ is required to get to this stage, ਕਿ ਕਿਵੇਂ ਅਭਿਆਸ ਕੀਤਾ ਜਾਵੇ ਕਿ ਅਸੀਂ ਇਸ ਸਟੇਜ ਤੇ ਮੰਜ਼ਿਲ ਤੇ ਪਹੁੰਚ ਸਕੀਏ। ਜਿਹੜੀ ਆ ਸਲੀਪ ਪੈਰਾਲਿਸਿਸ ਵਾਲੀ ਸਟੇਜ ਆ, ਇਹ ਉਂਝ ਹੋਣ ਲੱਗ ਪੈਂਦਾ ਜਿਵੇਂ ਜਿਵੇਂ ਤੁਸੀਂ ਸੁਣ ਵਿੱਚ ਜਾਂਦੇ ਆ। ਤੁਸੀਂ ਇਹੀ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਸਿਮਰਨ ਕਰਦੇ ਕਰਦੇ ਸੁਣ ਵਿੱਚ ਚਲੇ ਜਾਓ। ਵਾਰ-ਵਾਰ ਜਦੋਂ ਸੁਣ ਵਿੱਚ ਜਾਓਗੇ, ਤੁਹਾਡੇ ਜਿਹੜੀ ਅਵੇਅਰਨੈਸ ਹੈ ਤੁਹਾਡੇ ਮਨ ਦਾ, ਉਹ ਜ਼ਿਆਦਾ ਕੀ ਕਹੇ ਅਵੇਅਰਨੈਸ ਤੇ ਜਾਗਤ ਅਵਸਥਾ ਦੇ ਵਿੱਚ ਆ ਜਾਣਾ। ਹਾਂਜੀ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਏ। ਤੁਹਾਡਾ ਜਿਹੜਾ ਮਨ ਆ ਉਹ ਜਾਗਣ ਲੱਗ ਪੈਂਦਾ ਆ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ ਆ। ਤੇ ਜਿੱਥੇ ਜਾ ਕੇ ਸਾਡੇ ਅੰਦਰ ਨਾਮ ਉਤਪਨ ਹੋ ਜਾਂਦਾ ਹੈ, ਧੁਨ ਉਪਜੈ, ਸ਼ਬਦ ਜਗਾਇਆ, ਉੱਥੇ ਫਿਰ ਪੂਰੀ ਤਰ੍ਹਾਂ ਇਹ ਜਾਗ ਪੈਂਦਾ ਮਨ। ਤੇ ਇਸ ਮੰਜ਼ਿਲ ਨੂੰ ਹਾਸਲ ਕਰਨ ਲਈ ਇਹੀ ਹੈ ਕਿ ਤੁਸੀਂ ਗੁਰਮੰਤਰ ਦਾ ਅਭਿਆਸ ਪਹਿਲਾਂ ਸਭ ਤੋਂ ਪਹਿਲਾਂ ਕਰੀ ਜਾਓ ਕਿ ਤੁਸੀਂ ਸੌਂ ਜਾਓ। ਵਾਰ-ਵਾਰ ਕਰਦੇ ਕਰਦੇ ਸੌਂ ਜਾਓ, ਉਂਝ ਅਸੀਂ ਕਹਿੰਦੇ, ਪਰ ਅਸਲ ਵਿੱਚ ਉਹ ਸੁਣ ਵਿੱਚ ਸਮਾਉਣਾ ਹੁੰਦਾ ਹੈ। ਉਹ ਸਿਰਫ ਸਿੰਪਲ ਟਰਮਸ ਦੇ ਵਿੱਚ ਦੱਸਣ ਲਈ ਹੈ ਕਿ ਉਸ ਨੀਂਦ ਦੀ ਅਵਸਥਾ ਦੇ ਵਿੱਚ ਚਲੇ ਜਾਓ ਤੇ ਫਿਰ ਤੁਸੀਂ ਅਨਹਦ ਸ਼ਬਦਾਂ ਨੂੰ ਪਕੜ ਕੇ ਫਿਰ ਉਸੇ ਅਵਸਥਾ ਦੇ ਵਿੱਚ ਜਾਣ ਲੱਗ ਪਾਓ।
ਇਹ ਜ਼ਰੂਰੀ ਹੈ। ਕਈ ਵਾਰ ਕੀ ਹੁੰਦਾ ਕਿ ਅਨਹਦ ਸ਼ਬਦ ਸੁਣਨ ਲੱਗ ਪੈਂਦੇ ਆ ਤੇ ਨੀਂਦ ਉਹਨਾਂ ਨੂੰ ਫਿਰ ਆਉਂਦੀ ਨਹੀਂ। ਫਿਰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਅਨਹਦ ਸ਼ਬਦਾਂ ਤੋਂ ਆਪਣੀ ਅਟੈਂਸ਼ਨ ਡਾਇਵਰਟ ਕਰਦੇ ਨੇ ਦੁਆਰਾ ਗੁਰਮੰਤਰ ਨੂੰ। ਫਿਰ ਗੁਰਮੰਤਰ ਦਾ ਅਭਿਆਸ ਕਰਨਾ, ਕਿਉਂਕਿ 6 ਤੋਂ 7 ਘੰਟੇ ਹਰੇਕ ਨੂੰ ਨੀਂਦ ਚਾਹੀਦੀ ਹੈ, ਉਹ ਜ਼ਰੂਰੀ ਹੈ। ਹਾਂਜੀ, ਜਿਵੇਂ ਇੱਦਾਂ ਆਪਾਂ ਸੁਣਦੇ ਕਈ ਕਹਿ ਦਿੰਦੇ ਕਿ ਸਿਮਰਨ ਕਰਨਾ ਜ਼ਰੂਰੀ ਨਹੀਂ, ਧਿਆਨ 'ਚ ਜਾਣਾ ਜ਼ਰੂਰੀ। ਧਿਆਨ 'ਚ ਵੀ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਾਡੇ ਸ਼ਬਦ ਦਾ ਅਭਿਆਸ ਆ, ਜੇ ਅਸੀਂ ਸਿਮਰਨ ਕਰਦੇ ਹਾਂ ਫੁਰਨਾ ਰੁਕਿਆ ਹੋਇਆ। ਅਤੇ ਜੇ ਅਸੀਂ ਸਿੱਧਾ ਧਿਆਨ ਜਾਓਗੇ ਫੁਰਨੇ ਵਿਚਾਰ ਆਈ ਜਾਂਦੇ। ਸੋ ਗੁਰਬਾਣੀ ਵਿੱਚ ਵੀ ਆਪਾਂ ਨੂੰ ਇਹੀ ਵਾਰ-ਵਾਰ ਸਮਝਾਇਆ ਆ ਕਿ ਸਾਹਿਬ ਮੇਰਾ ਸਦਾ ਹੈ, ਪਰਮਾਤਮਾ ਸਦੀਵੀ ਆ। ਉਹਨੂੰ ਦੇਖਣ ਵਾਸਤੇ ਸਾਨੂੰ ਸ਼ਬਦ ਦੀ ਕਮਾਈ ਕਰਨੀ ਪੈਂਦੀ। ਦਿਸੈ ਸ਼ਬਦ ਕਮਾਈ। ਸ਼ਬਦ ਕਮਾਈ ਕਿਵੇਂ ਕਰਦੇ ਹਾਂ ਅਸੀਂ? ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ। ਗੁਰਮੰਤਰ ਦਾ ਅਭਿਆਸ ਕਰਕੇ ਫਿਰ ਅਸੀਂ ਅੰਦਰੋਂ ਉਸ ਸ਼ਬਦ ਨੂੰ ਸੁਣਦੇ ਹਾਂ ਜਿਸ ਮਾਲਕ ਨੂੰ ਅਸੀਂ ਆਵਾਜ਼ ਦੇ ਰਹੇ ਹਾਂ। ਉਸ ਸ਼ਬਦ ਨੂੰ ਜਦੋਂ ਫਿਰ ਅਸੀਂ ਸੁਣਦੇ ਹਾਂ, ਉਸ ਵਿੱਚ ਸਮਾਉਣਾ ਆ, ਉਹਨੂੰ ਨਾਮ ਕਿਹਾ ਹੈ। ਹਾਂਜੀ, ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। 6 ਵੱਜ ਚੁੱਕੇ ਆ। ਜੇ ਕੋਈ ਹੋਰ ਸਵਾਲ ਹੈ ਤਾਂ ਉਹ ਫਿਰ ਤੁਸੀਂ ਅਗਲੇ ਹਫਤੇ ਲਈ ਸੇਵ ਕਰ ਲਿਓ। ਸੋ ਇੰਨੀਆਂ ਬੇਨਤੀਆਂ ਸਨ। ਜੇ ਕੋਈ ਸਾਡੇ ਪਾਸੋਂ ਬੋਲਦਿਆਂ ਹੋਏ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।